दुनिया च तैनू जे चैन नहीं लगदा, दुनिया च तैनू जे चैन नहीं लगदा। यीशु कोल आवीं ते चंगा है, दुनिया च तैनू जे चैन नहीं लगदा। पापा दे हनेरियां च किथे लंघा जाना है, उच्चे नीवें थावां विच खेडे पिया खाना है। पापा दे हनेरियां च किथे लंघा जाना है, उच्चे नीवें थावां विच खेडे पिया खाना है। तेरा जेड़ा पार चुके तैनू नहीं लगदा, तेरा जेड़ा पार चुके तैनू नहीं लगदा। यीशु कोल आवें ते चंगा है, दुनिया च तैनू जे चैन नहीं लगदा। प्रेज द लॉर्ड एवरीवन, मैं पास्टर कुलभूषण जौहर एशियन चर्च ऑफ क्राइस्ट वैंकूवर BC ਤੋਂ ਪ੍ਰੋਗਰਾਮ ਨਵੀਂ ਜ਼ਿੰਦਗੀ ਦੇ ਵੱਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ। ਮੈਂ ਉਮੀਦ ਕਰਦਾ ਤੁਸੀਂ ਸਾਰੇ ਚੰਗੇ ਹੋਵੋਗੇ, ਤੰਦਰੁਸਤ ਹੋਵੋਗੇ ਤੇ ਪਰਮੇਸ਼ਰ ਦੇ ਕਲਾਮ ਦੇ ਵਿੱਚ ਵਧ ਰਹੇ ਹੋਵੋਗੇ। ਆਓ ਹਰ ਵਾਰ ਦੀ ਤਰ੍ਹਾਂ ਅਸੀਂ ਪਰਮੇਸ਼ਰ ਦੇ ਵਚਨ ਵਿੱਚੋਂ ਸਿੱਖਣ ਤੋਂ ਪਹਿਲਾਂ, ਕਲਾਮ ਨੂੰ ਸੁਣਨ ਤੋਂ ਪਹਿਲਾਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਆਪਣੇ ਸਿਰਾਂ ਨੂੰ ਝੁਕਾਵਾਂਗੇ। ਆਓ ਅਸੀਂ ਪ੍ਰਾਰਥਨਾ ਕਰਾਂਗੇ। ਸਰਵ ਸ਼ਕਤੀਮਾਨ ਪਰਮੇਸ਼ਵਰ ਯੀਸ਼ੂ ਮਸੀਹ ਨਾਸਰੀ, ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਇਹ ਮੌਕਾ ਦਿੱਤਾ, ਅਸੀਂ ਤੁਹਾਡੀ ਹਜ਼ੂਰੀ 'ਚ ਬੈਠ ਸਕੀਏ, ਤੁਹਾਡੇ ਕਲਾਮ 'ਚੋਂ ਸਿੱਖ ਸਕੀਏ। ਅਸੀਂ ਪਿਤਾ ਪਰਮੇਸ਼ਵਰ ਤੁਹਾਡੇ ਜੀਵਿਤ ਕਲਾਮ ਨੂੰ ਸੁਣੀਏ, ਸਾਡੀ ਜ਼ਿੰਦਗੀਆਂ ਸੇਮ ਨਾ ਰਹਿਣ। ਪਿਤਾ ਪਰਮੇਸ਼ਵਰ ਅੱਜ ਦਾ ਕਲਾਮ ਸਾਡੇ ਪੈਰਾਂ ਲਈ ਦੀਪਕ ਦਾ ਕੰਮ ਕਰੇ, ਸਾਡੀ ਜ਼ਿੰਦਗੀ ਨੂੰ ਨਵੀਂ ਜ਼ਿੰਦਗੀ ਦੇ ਵੱਲ ਲੈ ਕੇ ਜਾਵੇ। ਸਾਡੇ ਸਾਰਿਆਂ ਦੀ ਮਦਦ ਕਰਨਾ, ਸਹਾਇਤਾ ਕਰਨਾ, ਦਇਆ ਕਰਨਾ, ਯੀਸ਼ੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ। ਆਮੀਨ, ਆਮੀਨ, ਹਾਲੇਲੂਇਆ। ਤੁਸੀਂ ਵੀ ਬੋਲ ਸਕਦੇ ਹੋ ਆਮੀਨ। ਆਮੀਨ ਦਾ ਮਤਲਬ ਜੋ ਕੁਝ ਅਸੀਂ ਮੰਗਿਆ ਪ੍ਰਭੂ ਯੀਸ਼ੂ ਮਸੀਹ ਨੂੰ ਐਜ਼ ਇਟ ਇਜ਼ ਰਿਲੀਜ਼ ਕਰਨ। ਵਿੱਚ ਮੈਂ ਹਾਲੇਲੂਇਆ ਵਰਡ ਦਾ ਇਸਤੇਮਾਲ ਕਰਦਾ। ਸ਼ਾਇਦ ਤੋਂ ਕੋਈ ਮੇਰਾ ਭੈਣ ਭਰਾ ਦਾ ਮਤਲਬ ਨਾ ਜਾਣਦਾ ਹੋਵੇ ਤਾਂ ਮੈਂ ਦੱਸਣਾ ਚਾਹੁੰਦਾ, ਹਾਲੇਲੂਇਆ ਦਾ ਮਤਲਬ ਹੈ ਅਸਮਾਨ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੀ ਸਤੁਤੀ ਹੋਵੇ। ਤਾਂ ਆਓ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਅੱਜ ਦੇਖਾਂਗੇ। ਜੋ ਵਿਸ਼ਾ ਅੱਜ ਮੈਂ ਤੁਹਾਡੇ ਨਾਲ ਵੰਡਣਾ ਚਾਹੁੰਦਾ, ਉਹ ਵਿਸ਼ਾ ਮੈਨੂੰ ਪਤਾ ਕਿ ਤੁਹਾਡੀ ਲਾਈਫ ਦੇ ਵਿੱਚ ਵੀ ਕਿਸੇ ਹਿੱਸੇ ਦੇ ਵਿੱਚ ਉਹ ਇੱਕ ਸਟਰਗਲ ਦਾ ਕਾਰਨ ਹੈ। ਮੈਂ ਜਾਣਦਾ ਕਿ ਚਾਹੇ ਅਸੀਂ ਯੀਸ਼ੂ ਮਸੀਹ ਤੇ ਫੇਥ ਵੀ ਕਰ ਲਿਆ, ਅਸੀਂ ਚਰਚ ਵੀ ਜਾਂਦੇ ਹਾਂ, ਅਸੀਂ ਦਸ਼ਵੰਧ ਵੀ ਦਿੰਦੇ ਹਾਂ, ਅਸੀਂ ਸਭ ਚੀਜ਼ਾਂ ਨੂੰ ਫੋਲੋ ਕਰਦੇ ਹਾਂ, ਫਿਰ ਵੀ ਸਾਡੀ ਲਾਈਫ ਦੇ ਵਿੱਚ ਕੁਝ ਅਜਿਹੀਆਂ ਸਟਰਗਲਸ ਹਜੇ ਵੀ ਬਾਕੀ ਹੈ ਜਿਹਦਾ ਹਜੇ ਵੀ ਅਸੀਂ ਸਾਹਮਣਾ ਕਰਦੇ ਹਾਂ। ਅੱਜ ਮੈਂ ਤੁਹਾਨੂੰ ਕਲਾਮ ਦੇ ਵਿੱਚੋਂ ਦੱਸਾਂਗਾ ਕਿ ਕਿਵੇਂ ਤੁਸੀਂ ਉਹਨਾਂ ਹਿੱਸਿਆਂ ਨੂੰ ਆਪਣੀ ਲਾਈਫ ਤੋਂ ਡਿਸਕਨੈਕਟ ਕਰ ਸਕਦੇ ਹੋ, ਕਿਵੇਂ ਤੁਸੀਂ ਪਰਮੇਸ਼ਰ ਦੇ ਉਹਨਾਂ ਵਚਨਾਂ ਨੂੰ ਆਪਣੀ ਲਾਈਫ 'ਚ ਪੂਰੇ ਹੁੰਦਿਆਂ ਦੇਖੋਗੇ, ਕਿਸ ਤਰ੍ਹਾਂ ਤੁਸੀਂ ਆਪਣੀ ਲਾਈਫ ਦੀ ਸਟਰਗਲ ਤੋਂ, ਸੜਾਹਟ ਤੋਂ ਛੁੱਟ ਸਕਦੇ ਹੋ। ਹਾਲੇਲੂਇਆ। ਤਾਂ ਆਓ ਅਸੀਂ ਸਾਰੇ ਮਿਲ ਕੇ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਇੱਕ ਹਿੱਸੇ ਨੂੰ ਦੇਖਾਂਗੇ ਜੋ ਸਾਨੂੰ ਮਿਲਦਾ ਦੂਸਰਾ ਪਤਰਸ ਉਹਦਾ ਪਹਿਲਾ ਅਧਿਆਏ ਉਹਦੀ 3 ਤੇ 4 ਆਇਤ ਨੂੰ ਮੈਂ ਤੁਹਾਡੇ ਲਈ ਪੜਾਂਗਾ। ਇੱਥੇ ਇਸ ਤਰ੍ਹਾਂ ਲਿਖਿਆ, ਪਰਮੇਸ਼ਵਰ ਦੀ ਦੈਵੀ ਸ਼ਕਤੀ ਨਾਲ ਸਾਨੂੰ ਉਹ ਸਭ ਕੁਝ ਮਿਲਿਆ ਹੈ ਜੋ ਸਾਨੂੰ ਪਵਿੱਤਰ ਜੀਵਨ ਗੁਜ਼ਾਰਨ ਲਈ ਲੋੜੀਂਦਾ ਹੈ, ਪਰ ਇਹ ਉਸ ਦੇ ਗਿਆਨ ਦੁਆਰਾ ਹੋਇਆ ਹੈ ਜਿਸ ਨੇ ਸਾਨੂੰ ਆਪਣੀ ਮਹਿਮਾ ਤੇ ਗੁਣਾਂ ਦਾ ਹਿੱਸੇਦਾਰ ਹੋਣ ਲਈ ਸੱਦਿਆ ਹੈ। ਇਸੇ ਦੇ ਆਧਾਰ ਤੇ ਉਸ ਨੇ ਸਾਨੂੰ ਉੱਤਮ ਅਤੇ ਕੀਮਤੀ ਪ੍ਰਤਿਗਿਆਵਾਂ ਦਿੱਤੀਆਂ ਹਨ, ਜਿਨ੍ਹਾਂ ਦੇ ਦੁਆਰਾ ਤੁਸੀਂ ਸੰਸਾਰ ਵਿਚਲੀਆਂ ਨਾਸ਼ਕ ਲਾਲਸਾਵਾਂ ਤੋਂ ਬਚ ਸਕਦੇ ਹੋ ਤੇ ਉਸ ਦੇ ਦੈਵੀ ਸੁਭਾਅ ਦੇ ਭਾਗੀ ਵੀ ਬਣ ਸਕਦੇ ਹੋ। ਹਾਲੇਲੂਇਆ। ਪਤਰਸ ਜੋ ਯੀਸ਼ੂ ਮਸੀਹ ਦੇ ਬਹੁਤ ਨੇੜੇ ਰਹਿਣ ਵਾਲਾ ਵਿਅਕਤੀ ਸੀ, ਉਹ ਵੀ ਆਪਣੀ ਲਾਈਫ ਦੇ ਵਿੱਚ ਬਹੁਤ ਵਾਰ ਬਹੁਤ ਚੀਜ਼ਾਂ ਤੋਂ ਉਹਨੇ ਸਟਰਗਲ ਕੀਤੀ। ਉਹਨੇ ਯੀਸ਼ੂ ਮਸੀਹ ਦਾ ਇਨਕਾਰ ਕੀਤਾ, ਉਹਨੂੰ ਆਪਣੇ ਭਰਾ ਦੇ ਨਾਲ ਕਾਫੀ ਚੀਜ਼ਾਂ ਨੂੰ ਲੈ ਕੇ ਸਟਰਗਲ ਦੇਖਣੀ ਪਈ, ਉਹਨੂੰ ਬਹੁਤ ਵਾਰ ਯੋਹੰਨਾ ਦੇ ਨਾਲ ਉਹਨੂੰ ਆਪਣੀ ਲਾਈਫ ਸਟਾਈਲ ਦੇ ਨਾਲ ਸਟਰਗਲ ਦੇਖਣੀ ਪਈ, ਉਹਨੂੰ ਜੈਲਸੀ ਦਾ ਸਾਹਮਣਾ ਕਰਨਾ ਪਿਆ। ਬਹੁਤ ਚੀਜ਼ਾਂ ਉਹਦੀ ਲਾਈਫ ਦੇ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਦੇਖਦੇ ਹਾਂ। ਉਹ ਆਪਣੇ ਆਪ ਨੂੰ ਦੂਸਰਿਆਂ ਤੋਂ ਸੁਪੀਰੀਅਰ ਦਿਖਾਉਂਦਾ ਸੀ, ਪਰ ਉਹ ਇੱਥੇ ਜਦੋਂ ਆਪਣੀ ਪੱਤਰੀ ਨੂੰ ਲਿਖਦਾ, ਉਹ ਕਹਿੰਦਾ ਕਿ ਤੁਹਾਡੇ ਨਾਲ ਪਰਮੇਸ਼ਵਰ ਨੇ ਪ੍ਰਤਿਗਿਆਵਾਂ ਮੀਨਸ ਵਾਚਾਵਾਂ, ਤੁਹਾਡੇ ਨਾਲ ਉਹ ਪ੍ਰੋਮਿਸਿਸ ਕੀਤੇ ਨੇ, ਤੁਹਾਡੇ ਨਾਲ ਉਹ ਪਲੱਜ ਕੀਤੀਆਂ ਨੇ ਗੱਲਾਂ, ਜਿਨ੍ਹਾਂ ਦੇ ਦੁਆਰਾ ਤੁਸੀਂ ਉਸ ਸੜਾਹਟ ਤੋਂ ਛੁੱਟ ਸਕਦੇ ਹੋ। ਹਾਲੇਲੂਇਆ।
ਪਤਰਸ ਉਹ ਇਨਸਾਨ ਸੀ ਜੋ ਯਿਸੂ ਮਸੀਹ ਨੂੰ ਬਹੁਤ ਕਰੀਬੀ ਤੋਂ ਜਾਣਦਾ ਸੀ, ਜਿਹਨੇ ਆਪਣੀ ਲਾਈਫ ਦੇ ਵਿੱਚ ਵੱਡੀਆਂ ਸਟਰਗਲਸ ਨੂੰ ਫੇਸ ਕੀਤਾ, ਪਰ ਉਹ ਸਟਰਗਲਸ ਦੇ ਬਾਅਦ ਉਹਨੇ ਲਾਈਫ ਨੂੰ ਕੁਇਟ ਨਹੀਂ ਕੀਤਾ, ਉਹ ਲਾਈਫ ਦੇ ਵਿੱਚ ਹਾਰ ਨਹੀਂ ਗਿਆ, ਖਤਮ ਨਹੀਂ ਹੋ ਗਿਆ ਸਾਰਾ ਕੁਝ। ਬਾਈਬਲ ਕਹਿੰਦੀ ਤੁਸੀਂ ਖਤਮ ਨਹੀਂ ਹੋ ਗਏ, ਇਹ ਪਰਮੇਸ਼ਵਰ ਦੀ ਦਇਆ। ਇਨਸਾਨ ਹੈ ਹੀ ਕੀ ਕਿ ਪਰਮੇਸ਼ਵਰ ਉਹਦੀ ਸੁਧੀ ਲਵੇ, ਉਹਦਾ ਧਿਆਨ ਕਰੇ, ਪਰ ਉਹਦੇ ਬਾਵਜੂਦ ਪਰਮੇਸ਼ਵਰ ਤੁਹਾਡੇ ਤੇ ਮੇਰੇ ਨਾਲ ਇੰਨਾ ਪਿਆਰ ਕਰਦਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਸਾਡੇ ਵਾਸਤੇ ਦਿੱਤਾ। ਬਾਈਬਲ ਕਹਿੰਦੀ ਜੋ ਕੋਈ ਉਹਦੇ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪਾਵੇ। ਇਹਦਾ ਮਤਲਬ ਜੇ ਅਸੀਂ ਪਾਪ ਦੇ ਵਿੱਚ ਹਾਂ ਅੱਜ ਵੀ ਤਾਂ ਉਹ ਸਾਨੂੰ ਛੱਡਦਾ ਨਹੀਂ, ਉਹ ਸਾਨੂੰ ਤਿਆਗਦਾ ਨਹੀਂ, ਸਾਨੂੰ ਇੱਕ ਮੌਕਾ ਦਿੰਦਾ। ਬਾਈਬਲ ਕਹਿੰਦੀ ਉਹ ਸਾਨੂੰ ਇੱਕ ਮੌਕਾ ਦਿੰਦਾ ਕਿ ਅਸੀਂ ਆਪਣੀ ਸੜਾਹਟ ਤੋਂ ਛੁੱਟੀਏ। ਤੇ ਹੁਣ ਅਸੀਂ ਇਸ ਚੀਜ਼ ਨੂੰ ਦੇਖੀਏ ਕਿ ਕਿੱਦਾਂ ਅਸੀਂ ਆਪਣੀ ਸੜਾਹਟ ਤੋਂ ਛੁੱਟ ਜਾਈਏ। ਮੈਂ ਜਾਣਦਾ ਆਪਣੇ ਆਪ ਤੋਂ ਅਸੀਂ ਨਹੀਂ ਛੁੱਟ ਸਕਦੇ। ਇੱਕ ਨਸ਼ਾ ਕਰਨ ਵਾਲਾ ਵਿਅਕਤੀ ਇਸ ਚੀਜ਼ ਨੂੰ ਸਮਝਦਾ ਆਪਣੇ ਦਿਮਾਗ ਤੋਂ ਕਿ ਨਸ਼ਾ ਮੇਰੇ ਸਰੀਰ ਲਈ ਫਾਇਦੇਮੰਦ ਨਹੀਂ ਹੈ। ਇੱਕ ਸ਼ਰਾਬ ਪੀਣ ਵਾਲਾ, ਜੂਆ ਖੇਡਣ ਵਾਲਾ, ਸਿਗਰਟ ਪੀਣ ਵਾਲਾ, ਵਿਚਾਰ ਕਰਨ ਵਾਲਾ, ਕੋਈ ਵੀ ਗਲਤ ਸੰਗਤੀ ਦੇ ਵਿੱਚ ਰਹਿਣ ਵਾਲਾ ਵਿਅਕਤੀ ਆਪਣੇ ਦਿਲ ਤੋਂ ਹੀ ਨਹੀਂ ਚਾਹੁੰਦਾ ਕਿ ਉਹ ਕਰੇ, ਪਰ ਇਹ ਉਹ ਸਪਿਰਿਟਸ ਨੇ ਜਿਹੜਾ ਉਹਦੀ ਲਾਈਫ ਨੂੰ ਡਿਸਟਰਬ ਕਰਦੀਆਂ ਨੇ, ਇਫੈਕਟ ਕਰਦੀਆਂ ਨੇ। ਬਾਈਬਲ ਕਹਿੰਦੀ ਕਿ ਇਹ ਸਭ ਸਟਰਗਲ ਸਾਨੂੰ ਸੰਸਾਰਿਕ ਚੀਜ਼ਾਂ ਤੋਂ ਮਿਲਦੀਆਂ ਨੇ, ਪਰ ਪ੍ਰਭੂ ਯਿਸੂ ਮਸੀਹ ਨੇ ਆਪਣੀ ਲਾਈਫ ਨੂੰ ਸਾਡੇ ਲਈ ਦਿੱਤਾ। ਬਾਈਬਲ ਕਹਿੰਦੀ ਉਹ ਮੇਰੇ ਲਈ ਮਰ ਗਿਆ, ਗੱਡਿਆ ਗਿਆ, ਤੀਸਰੇ ਦਿਨ ਮੁਰਦਿਆਂ ਚੋਂ ਜੀ ਉੱਠਿਆ। ਕਿਉਂ? ਕਿਉਂਕਿ ਉਹ ਸਾਨੂੰ ਸਾਡੀ ਲਾਈਫ ਦੀ ਸੜਾਹਟ ਤੋਂ ਛੁਡਾਉਣਾ ਚਾਹੁੰਦਾ। ਹਾਲੇਲੂਇਆ। ਆਓ ਅਸੀਂ ਇੱਕ ਵਾਰ ਫਿਰ ਪੜਾਂਗੇ ਇਸ ਆਇਤ ਨੂੰ। ਇੱਥੇ ਲਿਖਿਆ, ਇਸੇ ਦੇ ਆਧਾਰ ਤੇ ਉਸਨੇ ਸਾਨੂੰ ਉੱਤਮ ਅਤੇ ਕੀਮਤੀ ਪ੍ਰਤਿਗਿਆਵਾਂ ਦਿੱਤੀਆਂ ਹਨ, ਜਿਨ੍ਹਾਂ ਦੁਆਰਾ ਤੁਸੀਂ ਸੰਸਾਰ ਵਿਚਲੀਆਂ ਨਾਸ਼ਕ ਲਾਲਸਾਵਾਂ ਤੋਂ ਬਚ ਸਕਦੇ ਹੋ। ਸੰਸਾਰ ਦੇ ਵਿੱਚ ਬਹੁਤ ਸਾਰੀਆਂ ਨਾਸ਼ਕ ਲਾਲਸਾਵਾਂ ਸਾਨੂੰ ਮਿਲਦੀਆਂ ਨੇ। ਕਈ ਵਾਰ ਬਹੁਤ ਜਲਦੀ ਪੈਸਾ ਕਮਾਉਣ ਦੀ, ਕਈ ਵਾਰ ਆਪਣੇ ਆਪ ਨੂੰ ਦੂਸਰਿਆਂ ਤੋਂ ਸੁਪੀਰੀਅਰ ਦਿਖਾਉਣ ਦੀ, ਬਹੁਤ ਅਲੱਗ-ਅਲੱਗ ਚੀਜ਼ਾਂ ਸਾਡੀ ਲਾਈਫ ਦੇ ਵਿੱਚ ਅਸੀਂ ਦੇਖਦੇ ਹਾਂ ਸਟਰਗਲ ਦੇ ਰੂਪ ਦੇ ਵਿੱਚ। ਜੈਲਸੀ ਸਾਨੂੰ ਦੂਸਰਿਆਂ ਤੋਂ ਬਹੁਤ ਜਲਦੀ ਹੋ ਸਕਦੀ ਹੈ। ਝੂਠ ਬੋਲਣਾ ਇੱਕ ਸਪਿਰਿਟ ਹੈ। ਅਲੱਗ-ਅਲੱਗ ਤਰ੍ਹਾਂ ਨਾਲ ਸਟਰਗਲਸ ਲੋਕਾਂ ਦੀਆਂ ਲਾਈਫ ਦੇ ਵਿੱਚ ਅੱਜ ਵੀ ਉਸੇ ਤਰ੍ਹਾਂ ਕੰਮ ਕਰਦੀਆਂ ਨੇ। ਕਿਉਂ? ਕਿਉਂਕਿ ਇੱਕ ਆਦਤ ਨਹੀਂ, ਇਹ ਇੱਕ ਸਪਿਰਿਟ ਹੈ। ਜੇ ਅਸੀਂ ਇਹਨਾਂ ਸਪਿਰਿਟਸ ਤੋਂ ਬਚਣਾ ਤਾਂ ਉਹਦੇ ਵਾਸਤੇ ਸਾਨੂੰ ਆਪ ਜ਼ੋਰ ਲਗਾਉਣਾ ਬੰਦ ਕਰਨਾ ਪਏਗਾ। ਸਾਨੂੰ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਕੇ ਆਪਣੇ ਆਪ ਨੂੰ ਸਰੈਂਡਰ ਕਰਨਾ ਪਏਗਾ। ਪਤਰਸ ਨੇ ਕਿਹਾ ਕਿ ਉਹਨੇ ਸਾਡੇ ਨਾਲ ਪ੍ਰਤਿਗਿਆ ਕੀਤੀ ਹੈ। ਪ੍ਰਤਿਗਿਆ ਦਾ ਮਤਲਬ ਉਹਨੇ ਸਾਡੇ ਨਾਲ ਪਲੱਜ ਕੀਤਾ, ਉਹਨੇ ਸਾਡੇ ਨਾਲ ਪ੍ਰੋਮਿਸ ਕੀਤਾ, ਉਹਨੇ ਸਾਡੇ ਨਾਲ ਵਾਚਾ ਬੰਨੀ ਹੈ। ਯਿਸੂ ਮਸੀਹ ਕਹਿੰਦਾ ਕਿ ਤੁਹਾਡੇ ਨਾਲ ਮੈਂ ਇੱਕ ਨਵੀਂ ਵਾਚਾ ਬੰਨੀ ਹੈ। ਪੁਰਾਣੀ ਵਾਚਾ ਕਿਹੜੀ ਸੀ? ਪੁਰਾਣੀ ਵਾਚਾ ਉਹ ਜਿਹੜੀ ਨਿਰਗਮਨ ਦੀ ਕਿਤਾਬ ਦੇ ਵਿੱਚ ਅਸੀਂ ਦੇਖਦੇ ਹਾਂ, ਉਹ ਵਾਚਾ ਜਿਹੜੀ ਪਰਮੇਸ਼ਰ ਨੇ ਮੂਸਾ ਦੇ ਨਾਲ ਬੰਨੀ। ਮੂਸਾ ਦੀਆਂ ਪਹਿਲੀਆਂ 5 ਕਿਤਾਬਾਂ ਉਸ ਲਾਅ ਨੂੰ ਰਿਪਰੈਜ਼ੈਂਟ ਕਰਦੀਆਂ, ਉਸ ਵਿਵਸਥਾ ਨੂੰ ਰਿਪਰੈਜ਼ੈਂਟ ਕਰਦੀਆਂ, ਜਿਹਦੇ ਲਈ ਪ੍ਰਭੂ ਯਿਸੂ ਮਸੀਹ ਇਸ ਬਾਰੇ ਦੱਸਦਾ ਕਿ ਵਾਚਾ ਦੇ ਅਧੀਨ ਹੋ ਕੇ ਤੁਸੀਂ ਕਦੇ ਵੀ ਪਰਮੇਸ਼ਰ ਦੇ ਰਾਜ 'ਚ ਪ੍ਰਵੇਸ਼ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਵਾਚਾ ਜਿਹੜਾ ਲਾਅ ਹੈ, ਅਸੀਂ ਲਾਅ ਨੂੰ ਫੁੱਲਫਿਲ ਨਹੀਂ ਕਰ ਸਕਦੇ ਸੀ। ਪਰਮੇਸ਼ਰ ਨੇ ਜਿੰਨੀਆਂ ਆਗਿਆਵਾਂ ਦਿੱਤੀਆਂ, ਉਹਨਾਂ ਆਗਿਆਵਾਂ ਨੂੰ ਅਸੀਂ ਫੁੱਲਫਿਲ ਨਹੀਂ ਕਰ ਸਕਦੇ। ਕਿਸੇ ਨਾ ਕਿਸੇ ਸਰਟਨ ਪੁਆਇੰਟ ਤੇ ਅਸੀਂ ਉਹਨਾਂ ਨੂੰ ਪੂਰਾ ਕਰਨ 'ਚ ਅਸਮਰਥ ਹਾਂ। ਜੇ ਅਸੀਂ ਵਾਚਾ ਦੇ ਅਕੋਰਡਿੰਗ ਪੁਰਾਣੀ ਜਿਹੜੀ ਮੂਸਾ ਦੇ ਨਾਲ ਕੀਤੀ ਗਈ, ਜਿਹੜੇ ਪੁਰਾਣੇ ਨਿਯਮ ਦੇ ਵਿੱਚ ਕੀਤੀ ਗਈ, ਜੇ ਉਹਦੇ ਅਕੋਰਡਿੰਗ ਸਾਨੂੰ ਲੱਗਦਾ ਅਸੀਂ ਧਰਮੀ ਬਣ ਸਕਦੇ ਹਾਂ, ਤਾਂ ਇਹ ਪੋਸੀਬਲ ਨਹੀਂ। ਕਿਉਂਕਿ ਜੇ ਪਰਮੇਸ਼ਰ ਨੇ ਸਾਨੂੰ ਜੋ 10 ਆਗਿਆਵਾਂ ਹੀ ਦਿੱਤੀਆਂ, ਆਗਿਆਵਾਂ 10 ਨਹੀਂ, ਆਗਿਆਵਾਂ 600 ਤੋਂ ਜ਼ਿਆਦਾ ਸੀ, ਪਰ ਜੇ ਅਸੀਂ 10 ਆਗਿਆਵਾਂ ਨੂੰ ਹੀ ਦੇਖ ਲਈਏ, ਜੇ ਅਸੀਂ ਉਹਨਾਂ ਨੂੰ ਵੀ ਪੂਰਾ ਕਰਨ ਦੇ ਵੱਲ ਸੋਚੀਏ, ਅਸੀਂ ਉਹਨਾਂ ਨੂੰ ਵੀ ਪੂਰਾ ਨਹੀਂ ਕਰ ਸਕਦੇ। ਜੇ ਤੁਸੀਂ 9 ਨੂੰ ਪੂਰਾ ਕਰਕੇ 1 ਨੂੰ ਛੱਡ ਦਿੱਤਾ ਤਾਂ ਵੀ ਤੁਸੀਂ ਡਿਫਾਲਟਰ ਹੋ, ਤਾਂ ਵੀ ਤੁਸੀਂ ਉਹਨੂੰ ਪੂਰਾ ਨਹੀਂ ਕੀਤਾ, ਉਹ ਪੂਰੀ ਦੰਡ ਦੇ ਭਾਗੀ ਹੋ ਤੁਸੀਂ। ਇਸੇ ਲਈ ਯਿਸੂ ਮਸੀਹ ਨੇ ਕਿਹਾ ਵਿਵਸਥਾ ਤੁਹਾਨੂੰ ਨਹੀਂ ਛੁਡਾਉਂਦੀ, ਪਰ ਪਰਮੇਸ਼ਵਰ ਦਾ ਉਹ ਪਿਆਰ ਜਿਹੜਾ ਉਹਨੇ ਆਪਣੇ ਇਕਲੌਤੇ ਬੇਟੇ ਦੇ ਥਰੂ ਦਿੱਤਾ, ਉਹਦੇ ਬਲੀਦਾਨ, ਉਹਦੇ ਮਰਨਾ, ਉਹਦੇ ਗੱਡੇ ਜਾਣੇ ਤੇ ਜੀ ਉੱਠਣ ਤੇ ਫੇਥ ਕਰਨ ਦੇ ਦੁਆਰਾ ਤੁਹਾਨੂੰ ਜੋ ਮਿਲਦਾ, ਉਹ ਤੁਹਾਨੂੰ ਅਨੰਤ ਜੀਵਨ 'ਚ ਲੈ ਕੇ ਜਾਂਦਾ। ਯਿਸੂ ਮਸੀਹ ਨੇ ਕਿਹਾ ਕਿ ਮੈਂ ਜੀਵਨ ਹਾਂ, ਮੈਂ ਰਾਹ ਹਾਂ, ਮੈਂ ਜ਼ਿੰਦਗੀ ਹਾਂ। ਉਹਨੇ ਕਿਹਾ ਜੀਵਨ ਦੀ ਰੋਟੀ ਮੈਂ ਹਾਂ, ਜਗਤ ਦੀ ਜੋਤੀ ਮੈਂ ਹਾਂ। ਜੇ ਅਸੀਂ ਉਹਦੇ ਤੇ ਫੇਥ ਕਰਦੇ ਹਾਂ, ਅਸੀਂ ਛੁੱਟ ਸਕਦੇ ਹਾਂ। ਤੇ ਪਤਰਸ ਨੇ ਇੱਥੇ ਇਹੀ ਗੱਲ ਕਹੀ ਕਿ ਪਰਮੇਸ਼ਰ ਨੇ ਸਾਡੇ ਨਾਲ ਅਲੱਗ-ਅਲੱਗ ਵਾਚਾਵਾਂ ਬੰਨੀਆਂ। ਅਲੱਗ-ਅਲੱਗ ਵਾਚਾਵਾਂ ਕਿਸ ਤਰ੍ਹਾਂ? ਤੁਸੀਂ ਨਸ਼ਾ ਕਰਦੇ ਹੋ, ਬਾਈਬਲ ਦੇ ਵਿੱਚ ਇਹਦੇ ਵਾਸਤੇ ਵਾਚਾ ਦਿੱਤੀ ਗਈ ਹੈ ਤਾਂ ਕਿ ਤੁਸੀਂ ਨਸ਼ੇ 'ਚ ਛੁੱਟ ਜਾਓ। ਤੁਸੀਂ ਚੋਰੀ ਕਰਦੇ ਹੋ, ਬਾਈਬਲ 'ਚ ਵਾਚਾ ਦਿੱਤੀ ਗਈ ਕਿ ਤੁਸੀਂ ਇਸ ਚੋਰੀ ਤੋਂ ਛੁੱਟ ਜਾਓ। ਤੁਸੀਂ ਵਿਭਚਾਰ ਕਰਦੇ ਹੋ, ਬਾਈਬਲ 'ਚ ਵਾਚਾ ਦਿੱਤੀ ਗਈ ਕਿ ਵਿਭਚਾਰ ਤੋਂ ਛੁੱਟ ਜਾਵਾਂ। ਤੁਸੀਂ ਫਾਈਨੈਂਸ਼ੀਅਲੀ ਸਟਰਗਲ ਦੇ ਵਿੱਚੋਂ, ਬਾਈਬਲ ਦੇ ਵਿੱਚ ਇੱਕ ਵਾਚਾ ਦਿੱਤੀ ਗਈ ਕਿ ਇਸ ਸਟਰਗਲ ਤੋਂ ਤੁਸੀਂ ਛੁੱਟ ਸਕਦੇ ਹੋ। ਪਰ ਹੁਣ ਪ੍ਰੋਬਲਮ
ਇਹ ਹੈ ਕਿ ਅਸੀਂ ਉਸ ਵਾਚਾ ਨੂੰ ਜਾਣਦੇ ਨਹੀਂ, ਅਸੀਂ ਉਸ ਟਰਬਲ ਨੂੰ ਜਾਣਦੇ ਨਹੀਂ। ਅਸੀਂ ਜਦੋਂ ਵੀ ਪ੍ਰਾਰਥਨਾ ਕਰਦੇ ਹਾਂ ਅਸੀਂ ਪਰਮੇਸ਼ਰ ਨੂੰ ਕਹਿੰਦੇ ਹਾਂ, ਪਰਮੇਸ਼ਰ ਮੇਰੀਆਂ ਸਾਰੀਆਂ ਟਰਬਲਸ ਨੂੰ ਖਤਮ ਕਰ ਦੇ। ਪਰਮੇਸ਼ਰ ਅਸੀਂ ਸਾਰੀਆਂ ਚੀਜ਼ਾਂ ਦੇ ਵਾਸਤੇ ਤੈਨੂੰ ਧੰਨਵਾਦ ਕਰਦੇ ਹਾਂ। ਪਰਮੇਸ਼ਰ ਉਸ ਤਰ੍ਹਾਂ ਨਹੀਂ ਸੋਚਦਾ ਜਿਵੇਂ ਅਸੀਂ ਸੋਚਦੇ ਹਾਂ। ਪਰਮੇਸ਼ਰ ਚਾਹੁੰਦਾ ਕਿ ਅਸੀਂ ਉਹਦੇ ਨਾਲ ਸਪੈਸੀਫਿਕ ਹੋਈਏ। ਬਾਈਬਲ ਇਹ ਗੱਲ ਕਹਿੰਦੀ ਹੈ ਕਿ ਤੂੰ ਆਪਣਾ ਮੁਕੱਦਮਾ ਮੇਰੇ ਅੱਗੇ ਰੱਖ। ਹੁਣ ਅਸੀਂ ਆਪਣੇ ਮੁਕੱਦਮੇ ਨੂੰ ਕਿਸ ਤਰ੍ਹਾਂ ਲੈ ਕੇ ਜਾਂਦੇ ਹਾਂ? ਅਸੀਂ ਜਾ ਕੇ ਇਹ ਨਹੀਂ ਬੋਲ ਸਕਦੇ ਕਿ ਸਾਡੀਆਂ ਸਾਰੀਆਂ ਟਰਬਲਸ ਨੂੰ ਖਤਮ ਕਰ। ਕੁਝ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਟਰਬਲ ਲੱਗਦੀਆਂ, ਪਰ ਪਰਮੇਸ਼ਰ ਨੂੰ ਉਹ ਟਰਬਲ ਨਹੀਂ ਲੱਗਦੀਆਂ ਤੁਹਾਡੀ ਲਾਈਫ ਦੇ ਵਿੱਚ। ਇਹਦਾ ਮਤਲਬ ਪਰਮੇਸ਼ਰ ਉਹਨੂੰ ਤੁਹਾਡੀ ਲਾਈਫ 'ਚੋਂ ਕਦੇ ਵੀ ਨਹੀਂ ਹਟਾਏਗਾ। ਜੇ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ, ਤੁਸੀਂ ਪ੍ਰੇਅਰ ਕਰ ਰਹੇ ਹੋ, ਪਰਮੇਸ਼ਰ ਮੈਨੂੰ ਫਾਈਨੈਂਸ਼ੀਅਲੀ ਵਧਾ, ਪਰ ਜਦੋਂ ਤੁਸੀਂ ਪ੍ਰੇਅਰ ਕਰਨ ਜਾਂਦੇ ਹੋ ਤੁਸੀਂ ਕਹਿੰਦੇ ਹੋ ਪਰਮੇਸ਼ਰ ਮੇਰੀਆਂ ਸਾਰੀਆਂ ਟਰਬਲਸ ਨੂੰ ਖਤਮ ਕਰ। ਹੁਣ ਤੁਹਾਨੂੰ ਪਤਾ ਕਿ ਤੁਸੀਂ ਫਾਈਨੈਂਸ਼ੀਅਲੀ ਟਰਬਲ ਦੇ ਵਿੱਚ ਹੋ, ਪਰ ਪਰਮੇਸ਼ਰ ਇਸ ਤਰ੍ਹਾਂ ਨਹੀਂ ਦੇਖਦਾ। ਕਿਉਂ? ਪਰਮੇਸ਼ਰ ਦੇਖਦਾ ਤੁਹਾਡੇ ਕੋਲੇ ਖਾਣ ਲਈ ਇਨਫ ਫੂਡ ਹੈ, ਰਹਿਣ ਲਈ ਘਰ ਹੈ, ਪਾਉਣ ਲਈ ਕੱਪੜੇ ਨੇ, ਇਟਸ ਇਨਫ ਫॉर ਯੂ। ਉਹ ਇਸ ਚੀਜ਼ ਨੂੰ ਸਟਰਗਲ ਨਹੀਂ ਮੰਨਦਾ। ਪਰ ਕੀ ਤੁਸੀਂ ਚਾਹੁੰਦੇ ਹੋ ਕਿ ਹਾਂ ਤੁਸੀਂ ਇਸ ਤੋਂ ਜ਼ਿਆਦਾ ਵਧਣਾ ਚਾਹੁੰਦੇ ਹੋ? ਤੁਹਾਨੂੰ ਪ੍ਰੇਅਰ ਕਰਨੀ ਪਏਗੀ। ਹਾਲੇਲੂਇਆ। ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਮੈਰਿਜ ਹੋ ਜਾਏ, ਤੁਸੀਂ ਪ੍ਰੇਅਰ ਕਰਦੇ ਹੋ ਕਿ ਪਰਮੇਸ਼ਰ ਮੇਰੇ ਲਈ ਇੱਕ ਚੰਗਾ ਜਿਹਾ ਜੀਵਨ ਸਾਥੀ ਦੇ। ਹੁਣ ਚੰਗਾ ਜਿਹਾ ਜੀਵਨ ਸਾਥੀ ਪਰਮੇਸ਼ਰ ਦੇ ਲਈ ਉਸ ਨਿਗਾਹ ਨਾਲ ਉਹ ਨਹੀਂ ਦੇਖਦਾ, ਉਹਦੇ ਲਈ ਸਾਰੇ ਹੀ ਚੰਗੇ ਨੇ। ਜਿਹਨੂੰ ਉਹਨੇ ਬਣਾਇਆ ਉਹ ਸਾਰੇ ਹੀ ਚੰਗੇ ਨੇ। ਤੁਸੀਂ ਦੇਖੋ, ਤੁਹਾਡਾ ਜੀਵਨ ਸਾਥੀ ਗੋਰਾ ਹੋਣਾ ਚਾਹੀਦਾ, ਸਾਂਵਲਾ ਹੋਣਾ ਚਾਹੀਦਾ, ਤੁਹਾਡਾ ਜੀਵਨ ਸਾਥੀ ਲੰਬਾ ਹੋਣਾ ਚਾਹੀਦਾ, ਛੋਟਾ ਹੋਣਾ ਚਾਹੀਦਾ, ਮੋਟਾ ਹੋਣਾ ਚਾਹੀਦਾ, ਪਤਲਾ ਹੋਣਾ ਚਾਹੀਦਾ। ਬੀ ਸਪੈਸੀਫਿਕ। ਪਰਮੇਸ਼ਰ ਦੇ ਅੱਗੇ ਸਪੈਸੀਫਿਕ ਹੋ ਕੇ ਜਾਓ। ਦੱਸੋ ਕਿ ਕੀ ਹੈ ਤੁਹਾਡੀ ਸਟਰਗਲ, ਕੀ ਹੈ ਤੁਹਾਡੀ ਟਰਬਲ। ਉਹਦੇ ਵਾਸਤੇ ਦੇਖੋ ਬਾਈਬਲ ਦੇ ਵਿੱਚ ਕਿੱਥੇ ਲਿਖਿਆ ਕਿ ਤੁਹਾਡੀ ਟਰਬਲ ਦੇ ਵਾਸਤੇ ਕਿਹੜੀ ਵਾਚਾ, ਕਿਹੜਾ ਪ੍ਰੋਮਿਸ ਪਰਮੇਸ਼ਰ ਨੇ ਕੀਤਾ। ਜਦੋਂ ਅਸੀਂ ਵਚਨ ਨੂੰ ਚੱਕ ਕੇ ਜਾਓਗੇ, ਪਰਮੇਸ਼ਰ ਨੂੰ ਦੱਸੋਗੇ, ਪਰਮੇਸ਼ਰ ਤੇਰਾ ਵਚਨ ਇਹ ਕਹਿੰਦਾ। ਬਾਈਬਲ ਕਹਿੰਦੀ ਕਿ ਪਰਮੇਸ਼ਰ ਦਾ ਜਿਹੜਾ ਕਲਾਮ ਆ ਉਹ ਜਿਉਂਦਾ, ਉਹ ਗਾਠ-ਗਾਠ ਤੇ ਗੁੱਦੇ-ਗੁੱਦੇ ਨੂੰ ਛਾਂਗਦਾ। ਹਾਲੇਲੂਇਆ। ਬਾਈਬਲ ਕਹਿੰਦੀ ਕਿ ਜਿਹੜੀ ਚੰਗੀ ਪਤਨੀ ਹੈ ਉਹ ਯਹੋਵਾ ਵੱਲੋਂ ਹੈ। ਚੰਗੀ ਪਤਨੀ ਮੀਨਸ ਚੰਗੀ ਪਤਨੀ ਤੇ ਪਤੀ ਦੋਨਾਂ ਬਾਰੇ ਲਿਖਿਆ ਗਿਆ। ਪਰ ਹੁਣ ਜੇ ਸਾਨੂੰ ਪਤਾ ਹੀ ਨਹੀਂ ਕਿ ਉਹ ਲਿਖਿਆ ਕਿੱਥੇ ਹੈ, ਅਸੀਂ ਕਦੇ ਆਪਣੀ ਮੈਰਿਜ ਲਾਈਫ ਦੇ ਲਈ, ਆਪਣੇ ਆਉਣ ਵਾਲੇ ਆਪਣੇ ਜੀਵਨ ਸਾਥੀ ਲਈ ਕਦੇ ਉਸ ਤਰ੍ਹਾਂ ਪ੍ਰੇਅਰ ਨਹੀਂ ਕਰਦੇ, ਤੇ ਕਿੱਦਾਂ ਐਕਸਪੈਕਟ ਕਰਦੇ ਹਾਂ ਕਿ ਪਰਮੇਸ਼ਰ ਸਾਨੂੰ ਸਾਡੇ ਮਨਪਸੰਦ ਦਾ ਜਿਹੜਾ ਜੀਵਨ ਸਾਥੀ ਦੇਵੇ। ਅਸੀਂ ਨਸ਼ੇ ਨੂੰ ਛੱਡਣਾ ਚਾਹੁੰਦੇ ਹਾਂ, ਪਰ ਸਾਨੂੰ ਪਤਾ ਹੀ ਨਹੀਂ ਕਿ ਬਾਈਬਲ ਦੇ ਵਿੱਚ ਕਿੱਥੇ ਲਿਖਿਆ। ਜਦੋਂ ਅਸੀਂ ਸਪੈਸੀਫਿਕ ਹੋ ਜਾਵਾਂਗੇ, ਜਦੋਂ ਅਸੀਂ ਵਚਨ ਨੂੰ ਲੈ ਕੇ ਪਰਮੇਸ਼ਰ ਦੇ ਅੱਗੇ ਜਾਵਾਂਗੇ, ਸਾਡੀ ਸੋਚ ਫਰਕ ਹੋਏਗੀ, ਸਾਡੀ ਸਟਰਗਲ ਖਤਮ ਹੋਏਗੀ। ਅਸੀਂ ਕਨਸੈਂਟਰੇਟ ਕਰ ਸਕਾਂਗੇ ਕਿ ਹਾਂ ਪਰਮੇਸ਼ਰ ਮੇਰੇ ਨਾਲ ਇਸ ਤਰ੍ਹਾਂ ਹੋਣਾ ਚਾਹੀਦਾ, ਮੈਂ ਇਸ ਚੀਜ਼ ਨੂੰ ਇਸ ਤਰ੍ਹਾਂ ਪ੍ਰੇਅਰ ਕਰਾਂਗਾ। ਸਾਡੇ ਬੱਚੇ ਸਾਡੇ ਕਹਿਣੇ 'ਚ ਨਹੀਂ, ਸਾਨੂੰ ਪਤਾ ਹੀ ਨਹੀਂ ਕਿ ਬਾਈਬਲ ਇਹਦੇ ਬਾਰੇ ਕੀ ਕਹਿੰਦੀ ਹੈ, ਪਰ ਅਸੀਂ ਕਹਿੰਦੇ ਹਾਂ ਪਰਮੇਸ਼ਰ ਇਹ ਤਾਂ ਕਦੇ ਨਹੀਂ ਸੁਧਰ ਸਕਦੇ, ਇਹਨਾਂ ਦਾ ਇਹੀ ਹਾਲ ਰਹਿਣਾ। ਸੋ ਆਪਣੇ ਮੂੰਹ ਤੋਂ ਅਸੀਂ ਕਰਸ ਰਿਲੀਜ਼ ਕਰਦੇ ਹਾਂ। ਇਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਬੰਦ ਕਰ ਦੇਵਾਂਗੇ, ਬਾਈਬਲ ਚੱਕਾਂਗੇ, ਇਸ ਜੀਵਤ ਕਲਾਮ ਨੂੰ ਚੱਕ ਕੇ ਦੇਖਾਂਗੇ ਕਿ ਮੇਰੇ ਬੱਚਿਆਂ ਦੇ ਬਾਰੇ, ਉਹਨਾਂ ਦੇ ਅਧੀਨ ਰਹਿਣ ਦੇ ਬਾਰੇ ਕਿੱਥੇ ਲਿਖਿਆ। ਜਦੋਂ ਉਹ ਲਿਖੀ ਹੋਈ ਵਰਸ ਅਸੀਂ ਲੱਭ ਲਵਾਂਗੇ, ਅਸੀਂ ਉਹਨੂੰ ਪੜਾਂਗੇ, ਉਹਦੇ ਲਈ ਪ੍ਰੇਅਰ ਕਰਾਂਗੇ, ਪਰਮੇਸ਼ਵਰ ਉਸ ਪ੍ਰਤਿਗਿਆ ਦੇ ਦੁਆਰਾ ਸਾਡੀ ਸੜਾਹਟ ਨੂੰ ਖਤਮ ਕਰ ਦੇਗਾ। ਹਾਲੇਲੂਇਆ। ਜਦੋਂ ਪਤਰਸ ਨੇ ਯੀਸ਼ੂ ਮਸੀਹ ਦਾ ਇਨਕਾਰ ਕੀਤਾ, ਯੀਸ਼ੂ ਮਸੀਹ ਪਤਰਸ ਕੋਲੇ ਗਿਆ, ਉਹਨੇ 3 ਵਾਰ ਪੁੱਛਿਆ ਕੀ ਤੂੰ ਮੈਨੂੰ ਪਿਆਰ ਕਰਦਾ? ਉਹਨੇ ਕਿਹਾ ਹਾਂ ਮੈਂ ਤੈਨੂੰ ਪਿਆਰ ਕਰਦਾ। ਉਹਨੇ ਕਿਹਾ ਮੇਰੀ ਭੇਡਾਂ ਨੂੰ ਚਰਾ। ਕੀ ਤੂੰ ਸੱਚਮੁੱਚ ਮੈਨੂੰ ਪਿਆਰ ਕਰਦਾ? ਕੀ ਤੂੰ ਸਭ ਤੋਂ ਵੱਧ ਕੇ ਮੈਨੂੰ ਪਿਆਰ ਕਰ? 3 ਵਾਰ ਉਹਨੂੰ ਪੁੱਛਿਆ। ਕਿਉਂ? ਕਿਉਂਕਿ ਯੀਸ਼ੂ ਮਸੀਹ ਸਪੈਸੀਫਿਕ ਸੀ। 3 ਵਾਰ ਪਤਰਸ ਨੇ ਇਨਕਾਰ ਕੀਤਾ, 3 ਵਾਰ ਪਰਮੇਸ਼ਰ ਨੇ ਇਕਰਾਰ ਕਰਾਇਆ। ਹਾਲੇਲੂਇਆ। ਪਰਮੇਸ਼ਵਰ ਚਾਹੁੰਦਾ ਕਿ ਅਸੀਂ ਆਪਣੀ ਸੜਾਹਟ ਤੋਂ ਛੁੱਟ ਜਾਈਏ, ਪਰ ਉਹਦੇ ਵਾਸਤੇ ਉਹ ਇਹ ਵੀ ਚਾਹੁੰਦਾ ਕਿ ਤੁਸੀਂ ਉਸ ਪ੍ਰਤਿਗਿਆ ਨੂੰ ਫੜੋ, ਪ੍ਰਤਿਗਿਆ ਨੂੰ ਲੈ ਕੇ ਉਹਦੇ ਲਈ ਪ੍ਰਾਰਥਨਾ ਕਰੋ। ਜਦੋਂ ਤੁਸੀਂ ਆਪਣੀ ਪ੍ਰਤਿਗਿਆ ਨੂੰ, ਆਪਣੇ ਉਸ ਪ੍ਰੋਮਿਸ ਨੂੰ, ਉਸ ਸੰਕਲਪ ਨੂੰ ਲੱਭ ਲਓਗੇ, ਉਹਨੂੰ ਲੈ ਕੇ ਪ੍ਰੇਅਰ ਕਰੋਗੇ, ਤੁਸੀਂ ਆਪਣੀ ਸੜਾਹਟ ਤੋਂ ਛੁੱਟਣ ਵਾਲੇ ਹੋ। ਹਾਲੇਲੂਇਆ। ਅਸੀਂ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਪਰਮੇਸ਼ਵਰ ਸਾਨੂੰ ਸਿਰ ਬਣਾਉਣਾ ਚਾਹੁੰਦਾ ਹੈ। ਪਰਮੇਸ਼ਵਰ ਨੂੰ ਅਸੀਂ ਆਪਣਾ ਇੱਕ ਫੋਕਸ ਜੇ ਰੱਖ ਕੇ ਉਸ ਤਰ੍ਹਾਂ ਚੱਲੀਏ ਜਿਵੇਂ ਪਰਮੇਸ਼ਵਰ ਚਾਹੁੰਦਾ, ਜਿਵੇਂ ਉਹ ਚਾਹੁੰਦਾ ਕਿ ਅਸੀਂ ਉਹਦੇ ਨਾਲ ਗੱਲ ਕਰੀਏ, ਟਾਈਮ ਸਪੈਂਡ ਕਰੀਏ, ਕੀ ਬੋਲੀਏ, ਕਿੱਦਾਂ ਗੱਲ ਕਰੀਏ। ਜਦੋਂ ਅਸੀਂ ਉਹਦੇ ਅਕੋਰਡਿੰਗ ਚੱਲਾਂਗੇ, ਪਰਮੇਸ਼ਵਰ ਸਾਨੂੰ ਇਸ ਸੜਾਹਟ ਤੋਂ ਅਲੱਗ ਕਰ ਦੇਗਾ। ਅਸੀਂ ਰੁਕਾਂਗੇ ਇੱਕ ਬ੍ਰੇਕ ਲਈ। ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਵਾਂਗੇ।
ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅਸੀਂ ਦੇਖ ਰਹੇ ਹਾਂ ਵਚਨ ਦੇ ਵਿੱਚ ਕਿੱਥੇ ਪਰਮੇਸ਼ਵਰ ਨੇ ਸਾਡੇ ਲਈ ਪ੍ਰਤਿਗਿਆਵਾਂ ਦਿੱਤੀਆਂ। ਪਤਰਸ ਕਹਿੰਦਾ ਕਿ ਪਰਮੇਸ਼ਵਰ ਨੇ ਤੁਹਾਡੇ ਨਾਲ ਇੰਨਾ ਪਿਆਰ ਕੀਤਾ ਕਿ ਤੁਹਾਡੀ ਸੜਾਹਟ ਤੋਂ ਛੁੱਟਣ ਵਾਸਤੇ, ਤੁਹਾਡੀ ਬਿਮਾਰੀ ਤੋਂ, ਤੁਹਾਡੀ ਸਟਰਗਲ, ਤੁਹਾਡੀ ਟਰਬਲ ਤੋਂ ਛੁੱਟਣ ਵਾਸਤੇ ਉਹਨੇ ਤੁਹਾਡੇ ਨਾਲ ਪ੍ਰੋਮਿਸ ਕੀਤਾ, ਪ੍ਰਤਿਗਿਆ ਦਿੱਤੀ। ਯਾਦ ਰੱਖੋ, ਇਹ ਪ੍ਰੋਮਿਸ ਇਨਸਾਨ ਦਾ ਪ੍ਰੋਮਿਸ ਨਹੀਂ। ਬਾਈਬਲ ਕਹਿੰਦੀ ਮੈਂ ਇਨਸਾਨ ਨਹੀਂ ਜੋ ਵਾਅਦਾ ਕਰਾਂ, ਪ੍ਰੋਮਿਸ ਕਰਾਂ ਤੇ ਮੁੱਕਰ ਜਾਵਾਂ। ਉਹਨੇ ਕਿਹਾ ਮੈਂ ਸਰਵ ਸ਼ਕਤੀਮਾਨ ਪਰਮੇਸ਼ਰ ਹਾਂ, ਜੋ ਮੈਂ ਬੋਲ ਦਿੱਤਾ ਉਹ ਮੈਂ ਕਦੇ ਵੀ ਪੂਰਾ ਕੀਤੇ ਬਿਨਾ ਨਹੀਂ ਰਹਿਣ ਦੇਵਾਂਗਾ। ਪਰ ਉਹਦੇ ਵਾਸਤੇ ਸਾਨੂੰ ਆਪਣਾ ਪਾਠ ਕਰਨਾ ਪਏਗਾ। ਅਸੀਂ ਜੇ ਕਹੀਏ ਕਿ ਅਸੀਂ ਕੁਛ ਨਾ ਕਰੀਏ ਤੇ ਪਰਮੇਸ਼ਰ ਆਪਣੀ ਪ੍ਰਤਿਗਿਆ ਨੂੰ ਪੂਰਾ ਕਰੇ, ਇਹ ਪੋਸੀਬਲ ਨਹੀਂ। ਬਾਈਬਲ ਕਹਿੰਦੀ ਉਹਨੇ ਸਾਡੇ ਨਾਲ ਪ੍ਰਤਿਗਿਆ ਕੀਤੀ। ਹੁਣ ਵੀ ਜੇ ਸਾਡੀ ਲਾਈਫ 'ਚ ਸਟਰਗਲ ਹੈ ਤਾਂ ਉਹਦਾ ਜ਼ਿੰਮੇਵਾਰ ਪਰਮੇਸ਼ਰ ਨਹੀਂ, ਅਸੀਂ ਖੁਦ ਹਾਂ। ਅਸੀਂ ਆਪਣੀ ਸਟਰਗਲ ਦੇ ਲਈ ਬਾਈਬਲ ਦੇ ਵਿੱਚੋਂ ਕਿੰਨੀ ਵਾਰ ਉਹਨਾਂ ਆਇਤਾਂ ਨੂੰ ਪੜ੍ਹਦੇ ਹਾਂ ਤੇ ਕਿੰਨੀ ਵਾਰ ਉਹਨਾਂ 'ਤੇ ਮੈਡੀਟੇਟ ਕਰਦੇ ਹਾਂ। ਜੇ ਤੁਸੀਂ ਬਿਮਾਰ ਹੋ, ਕੀ ਤੁਸੀਂ ਜਾਣਦੇ ਹੋ ਬਾਈਬਲ 'ਚ ਲਿਖਿਆ ਯੀਸ਼ੂ ਮਸੀਹ ਨੇ ਤੁਹਾਡੇ ਚੰਗੇ ਹੋਣ ਦੇ ਲਈ ਕੋੜੇ ਖਾਦੇ। ਤੁਸੀਂ ਬਿਮਾਰ ਨਾ ਹੋਵੋ, ਉਹਨੇ ਆਪਣੀ ਬਾਡੀ ਦੇ ਉੱਤੇ ਦੁੱਖ ਝੱਲਿਆ, ਤਸੀਹੇ ਝੱਲੇ। ਤੁਸੀਂ ਜਾਣਦੇ ਹੋ ਜਦੋਂ ਯੀਸ਼ੂ ਮਸੀਹ ਨੂੰ ਕੋੜੇ ਮਾਰੇ ਜਾਂਦੇ ਸੀ, ਇੱਕ ਇੱਕ ਕੋੜੇ ਦੇ ਨਾਲ 50-50 100-100 ਗ੍ਰਾਮ ਮਾਸ ਬਾਹਰ ਆਉਂਦਾ ਸੀ। ਕਿਉਂ ਉਹਨੇ ਆਪਣਾ ਲਹੂ ਸਾਡੇ ਲਈ ਬਹਾਇਆ? ਕਿਉਂ ਉਹਨੇ ਉਹਨਾਂ ਕੋੜਿਆਂ ਨੂੰ ਖਾਧਾ? ਕਿਉਂ ਉਹਨੇ ਮਾਸ ਨੂੰ ਛਿਲਵਾਇਆ? ਸਿਰਫ ਇਸ ਲਈ ਕਿ ਉਹਨੇ ਆਪਣੀ ਜਾਨ ਦੇਣੀ ਸੀ। ਜੇ ਉਹਨੇ ਆਪਣੀ ਸਿਰਫ ਜਾਨ ਦੇਣੀ ਸੀ ਤਾਂ ਉਹ ਇੱਕ ਸਾਇਲੈਂਟ ਮੌਤ ਵੀ ਮਰ ਸਕਦਾ ਸੀ। ਪਰ ਕਿਉਂ ਇੰਨੀ ਦਰਦਨਾਕ ਮੌਤ ਉਹਨੇ ਲਈ? ਤਾਂ ਕਿ ਤੁਸੀਂ ਤੇ ਮੈਂ, ਅਸੀਂ ਬਿਮਾਰੀਆਂ ਤੋਂ ਛੁੱਟ ਜਾਈਏ। ਬਾਈਬਲ ਕਹਿੰਦੀ ਅਸੀਂ ਬਿਮਾਰੀਆਂ ਤੋਂ ਛੁੱਟ ਜਾਈਏ, ਇਸ ਲਈ ਉਹਨੇ ਕੋੜੇ ਖਾਦੇ। ਕੀ ਤੁਹਾਨੂੰ ਪਤਾ ਇਹ ਵਾਚਾ, ਇਹ ਪ੍ਰੋਮਿਸ ਬਾਈਬਲ ਦੇ ਵਿੱਚ ਦਿੱਤਾ ਗਿਆ? ਤੁਹਾਡੇ ਬੱਚੇ ਤੁਹਾਡੇ ਕਹਿਣੇ 'ਚ ਨਹੀਂ। ਕੀ ਤੁਹਾਨੂੰ ਪਤਾ ਬਾਈਬਲ ਦੱਸਦੀ ਹੈ ਕਿ ਬੱਚੇ ਪਰਮੇਸ਼ਰ ਵੱਲੋਂ ਦਿੱਤਾ ਗਿਆ ਇੱਕ ਦਾਨ ਹੈ। ਅਸੀਂ ਉਹਨਾਂ ਦੇ ਗਾਰਡੀਅਨ ਆ, ਅਸੀਂ ਉਹਨਾਂ ਦੇ ਬੌਸ ਨਹੀਂ ਆ। ਉਹਨਾਂ ਦਾ ਪਿਤਾ, ਜਿਵੇਂ ਸਾਡਾ ਪਿਤਾ ਯੀਸ਼ੂ ਮਸੀਹ ਹੈ ਉਹਨਾਂ ਦਾ ਪਿਤਾ, ਅਸੀਂ ਗਾਰਡੀਅਨ ਆ। ਅਸੀਂ ਕਿੱਦਾਂ ਉਹਨਾਂ ਨੂੰ ਗਾਈਡ ਕਰਦੇ ਹਾਂ, ਕਿੱਦਾਂ ਉਹਨਾਂ ਨੂੰ ਅਸੀਂ ਵੱਡੇ ਕਰਦੇ ਹਾਂ। ਕੀ ਸਾਨੂੰ ਪਤਾ ਹੈ ਬਾਈਬਲ ਦੇ ਵਿੱਚ ਇਹਦੇ ਵਾਸਤੇ ਇੱਕ ਪ੍ਰਤਿਗਿਆ ਦਿੱਤੀ ਗਈ ਹੈ? ਜੇ ਸਾਨੂੰ ਪਤਾ ਨਹੀਂ ਤੇ ਬੱਚੇ ਸਾਡੇ ਗਲਤ ਪਾਸੇ ਜਾਂਦੇ ਨੇ ਤੇ ਅਸੀਂ ਇਹਦੇ ਲਈ ਪਰਮੇਸ਼ਰ ਨੂੰ ਦੋਸ਼ ਨਹੀਂ ਦੇ ਸਕਦੇ। ਜੇ ਅਸੀਂ ਫਾਈਨੈਂਸ਼ੀਅਲੀ ਸਟਰਗਲ ਦੇ ਵਿੱਚ ਹੈ, ਕੀ ਤੁਹਾਨੂੰ ਪਤਾ ਕਿ ਬਾਈਬਲ ਦੇ ਵਿੱਚ ਪ੍ਰਤਿਗਿਆਵਾਂ ਦਿੱਤੀਆਂ ਗਈਆਂ ਕਿ ਤੁਸੀਂ ਫਾਈਨੈਂਸ਼ੀਅਲੀ ਸਟਰਗਲ ਤੋਂ ਛੁੱਟ ਜਾਓ? ਤੁਹਾਡੀ ਹਰ ਟਰਬਲ ਦੇ ਲਈ ਬਾਈਬਲ ਦੇ ਵਿੱਚ ਪ੍ਰੋਮਿਸ ਦਿੱਤਾ ਗਿਆ। ਯੀਸ਼ੂ ਮਸੀਹ ਕਹਿੰਦਾ ਕਿ ਮੈਂ ਤੁਹਾਡੇ ਨਾਲ ਪ੍ਰਤਿਗਿਆ ਕੀਤੀ ਹੈ ਤਾਂ ਕਿ ਤੁਸੀਂ ਆਪਣੀ ਲਾਈਫ ਦੀ ਹਰ ਸਟਰਗਲ ਤੋਂ ਛੁੱਟ ਜਾਓ। ਪਰ ਉਹਦੇ ਵਾਸਤੇ ਤੁਹਾਨੂੰ ਲੱਭਣਾ ਪਏਗਾ ਕਿ ਤੁਹਾਡੀ ਲਾਈਫ ਦੀ ਸਟਰਗਲ ਕੀ ਹੈ ਤੇ ਉਹਦੇ ਵਾਸਤੇ ਮੇਰਾ ਕਲਾਮ ਕੀ ਕਹਿੰਦਾ। ਅੱਜ ਪ੍ਰੋਬਲਮ ਕੀ ਹੈ? ਸਾਨੂੰ ਲੱਗਦਾ ਕਿ ਸਭ ਕੁਝ ਆਪਣੇ ਆਪ ਸਹੀ ਹੋ ਜਾਏਗਾ। ਸਾਨੂੰ ਲੱਗਦਾ ਇੱਕ ਦਿਨ ਅਸਮਾਨ ਤੋਂ ਕੋਈ ਆਵਾਜ਼ ਆਏਗੀ, ਇੱਕ ਵੱਡਾ ਚਮਤਕਾਰ ਹੋ ਜਾਏਗਾ ਕਿ ਸਾਰਾ ਕੁਝ ਫਿਕਸ ਹੋ ਜਾਏਗਾ। ਜਿਹੜਾ ਵੀ ਵਿਅਕਤੀ ਇਸ ਤਰ੍ਹਾਂ ਦੀ ਵੇਟ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਹੈ, ਉਹਦੀ ਲਾਈਫ 'ਚ ਕਦੇ ਕੁਝ ਚੇਂਜ ਨਹੀਂ ਹੋਏਗਾ। ਕਿਉਂਕਿ ਬਾਈਬਲ ਕਹਿੰਦੀ ਕੋਈ ਵੀ ਪ੍ਰੋਮਿਸ, ਕੋਈ ਵੀ ਪ੍ਰਤਿਗਿਆ, ਕੋਈ ਭਵਿੱਖਬਾਣੀ ਆਪਣੇ ਆਪ ਤੋਂ ਪੂਰੀ ਨਹੀਂ ਹੁੰਦੀ। ਉਹਦੇ ਵਾਸਤੇ ਸਾਨੂੰ ਕੰਮ ਕਰਨਾ ਪੈਂਦਾ। ਕੰਮ ਕੀ? ਪ੍ਰਾਰਥਨਾ ਕਰਨੀ ਪਏਗੀ। ਸਾਨੂੰ ਪੋਜ਼ਿਟਿਵ ਰਹਿਣਾ ਪਏਗਾ। ਉਹ ਕਲਾਮ ਦੀਆਂ ਪ੍ਰਤਿਗਿਆਵਾਂ ਨੂੰ ਲੈ ਕੇ ਮੈਡੀਟੇਟ ਕਰਨਾ ਪਏਗਾ। ਚਾਹੇ ਜਿੰਨੀ ਮਰਜ਼ੀ ਨੈਗੇਟਿਵਿਟੀ ਸਾਡੇ ਸਾਹਮਣੇ ਹੋਵੇ, ਪਰ ਸਾਨੂੰ ਪੋਜ਼ਿਟਿਵ ਰਹਿਣਾ ਪਏਗਾ। ਆਪਣੇ ਮੂੰਹ ਤੋਂ ਚੀਜ਼ਾਂ ਨੂੰ ਉਸੇ ਤਰ੍ਹਾਂ ਡਿਕਲੇਅਰ ਕਰਨਾ ਪਏਗਾ। ਤੁਹਾਡੀ ਬਾਡੀ ਦੇ ਵਿੱਚ ਜਿੰਨੀ ਮਰਜ਼ੀ ਟਰਬਲ ਹੈ, ਤੁਸੀਂ ਨਹੀਂ ਬੋਲ ਸਕਦੇ ਤੁਸੀਂ ਬਿਮਾਰ ਹੋ। ਬਾਈਬਲ ਕਹਿੰਦੀ ਬਿਮਾਰ ਨਾ ਕਵੇ ਮੈਂ ਬਿਮਾਰ ਹਾਂ, ਗਰੀਬ ਨਾ ਕਵੇ ਮੈਂ ਗਰੀਬ ਹਾਂ। ਕਿਉਂ? ਕਿਉਂਕਿ ਜਿਹੜੇ ਵਰਡਸ ਤੁਸੀਂ ਰਿਲੀਜ਼ ਕਰਦੇ ਹੋ, ਜਦੋਂ ਤੁਸੀਂ ਉਹਨੂੰ ਮੈਡੀਟੇਟ ਕਰੀ ਜਾਂਦੇ ਹੋ, ਪਰਮੇਸ਼ਰ ਵੀ ਤੁਹਾਨੂੰ ਨਹੀਂ ਛੁਡਾਏਗਾ, ਕਿਉਂਕਿ ਤੁਸੀਂ ਆਪਣੇ ਮੂੰਹ ਤੋਂ ਉਹਨਾਂ ਚੀਜ਼ਾਂ ਨੂੰ ਰਿਲੀਜ਼ ਕੀਤਾ। ਯਾਦ ਰੱਖੋ, ਪਰਮੇਸ਼ਰ ਨੇ ਸਾਡੇ ਨਾਲ ਪ੍ਰਤਿਗਿਆਵਾਂ ਕੀਤੀਆਂ, ਪਰ ਉਹਦੇ ਨਾਲ ਉਹਨੇ ਸਾਨੂੰ ਦਿਮਾਗ ਵੀ ਦਿੱਤਾ, ਉਹਨੇ ਸਾਨੂੰ ਬੁੱਧੀ ਦਿੱਤੀ। ਇਸੇ ਲਈ ਪੌਲੁਸ ਕਹਿੰਦਾ, ਇਸੇ ਲਈ ਪਤਰਸ ਕਹਿੰਦਾ ਕਿ ਆਪਣੇ ਦਿਮਾਗ ਨੂੰ, ਆਪਣੀ ਬੁੱਧੀ ਨੂੰ, ਉਹਦੀ ਕਮਰ ਨੂੰ ਕੱਸ ਕੇ ਰੱਖ। ਬਾਈਬਲ ਕਹਿੰਦੀ ਹੈ ਕਿ ਮੈਂ ਬੁੱਧੀ ਨਾਲ ਵੀ ਪ੍ਰਾਰਥਨਾ ਕਰਾਂਗਾ, ਮੈਂ ਆਤਮਾ ਨਾਲ ਵੀ ਪ੍ਰਾਰਥਨਾ ਕਰਾਂਗਾ। ਇਹਦਾ ਮਤਲਬ ਪਰਮੇਸ਼ਵਰ ਨੇ ਸਾਨੂੰ ਇਹ ਦਿਮਾਗ, ਇਹ ਬੁੱਧੀ ਦੇ ਕੇ ਇਸ ਲਈ ਛੱਡਿਆ ਕਿ ਨਿਆਂ ਦੇ ਦਿਨ ਉਹ ਸਾਡਾ ਹਿਸਾਬ ਕਰ ਸਕੇ। ਜੇ ਸਾਰਾ ਕੁਝ ਹੀ ਉਹਨੇ ਕਰਨਾ, ਸਾਡੇ ਤੋਂ ਕਿਸ ਗੱਲ ਦਾ ਹਿਸਾਬ ਲਿਆ ਜਾਏਗਾ? ਕਿਸ ਬੇਸ ਤੇ ਅਸੀਂ ਸਵਰਗ ਜਾਂ ਨਰਕ 'ਚ ਜਾਵਾਂਗੇ? ਅੱਜ ਸਾਨੂੰ ਲੱਗਦਾ ਜੋ ਕੁਝ ਪਰਮੇਸ਼ਵਰ ਕਰਦਾ ਉਹ ਸਭ ਕੁਝ ਆਪਣੇ ਆਪ ਹੀ ਕਰਦਾ, ਸਭ ਕੁਝ ਆਪਣੇ ਆਪ ਹੀ ਹੋ ਰਿਹਾ, ਤਾਂ ਫਿਰ ਕਿਸ ਬੇਸ ਤੇ ਉਹ ਸਵਰਗ ਤੇ ਨਰਕ 'ਚ ਸਾਨੂੰ ਭੇਜੇਗਾ? ਯਾਦ ਰੱਖੋ, ਪਰਮੇਸ਼ਵਰ ਨੇ ਕੁਝ ਨਹੀਂ ਕਰਨਾ ਜੇ ਤੁਸੀਂ ਤੇ ਮੈਂ ਕੁਝ ਨਹੀਂ ਕਰਨਾ। ਬਾਈਬਲ ਕਹਿੰਦੀ ਉਹਨੇ ਸਾਡੇ ਨਾਲ ਪ੍ਰੋਮਿਸ ਕੀਤੇ, ਵਾਅਦੇ ਕੀਤੇ, ਪ੍ਰਤਿਗਿਆਵਾਂ ਕੀਤੀਆਂ, ਸਾਡੇ ਨਾਲ ਪਲੱਜ ਕੀਤਾ ਕਿ ਅਸੀਂ ਉਹਨਾਂ ਸਟਰਗਲਸ ਤੋਂ ਛੁੱਟ ਜਾਈਏ। ਪਰ ਉਹਨਾਂ ਪ੍ਰਤਿਗਿਆ ਨੂੰ ਲੱਭਣਾ ਯੀਸ਼ੂ ਮਸੀਹ ਦਾ ਕੰਮ ਨਹੀਂ, ਤੁਹਾਡਾ ਤੇ ਮੇਰਾ ਕੰਮ ਹੈ। ਜੇ ਅਸੀਂ ਉਹਨਾਂ ਪ੍ਰਤਿਗਿਆਵਾਂ ਨੂੰ ਦੁਹਰਾਉਂਦੇ ਹਾਂ, ਮੈਡੀਟੇਟ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਬਾਈਬਲ ਪੜ੍ਹਦੇ ਹਾਂ, ਅਸੀਂ ਉਹਨਾਂ 'ਚੋਂ ਛੁੱਟ ਸਕਦੇ ਹਾਂ। ਪਰ ਅੱਜ ਟਰਬਲ ਇਹ ਹੈ, ਅਸੀਂ ਸੰਸਾਰ ਵਿੱਚ ਹੀ ਇੰਨੇ ਜ਼ਿਆਦਾ ਖੁੱਭ ਚੁੱਕੇ ਹਾਂ, ਇੰਨੇ ਜ਼ਿਆਦਾ ਉਹਦੇ ਵਿੱਚ ਜਾ ਚੁੱਕੇ ਹਾਂ ਕਿ ਅਸੀਂ ਆਪਣੇ ਉਸ ਪ੍ਰਤਿਗਿਆ ਨੂੰ ਭੁੱਲ ਚੁੱਕੇ ਹਾਂ। ਅਸੀਂ ਸੰਸਾਰ ਜੋ ਸਾਨੂੰ ਦਿਖਾਉਂਦਾ ਉਹਦੇ ਅਕੋਰਡਿੰਗ ਚੱਲਦੇ ਹਾਂ, ਉਹਦੇ ਅਕੋਰਡਿੰਗ ਸੋਚਦੇ ਹਾਂ, ਉਹਦੇ ਅਕੋਰਡਿੰਗ ਸੁਣਦੇ ਹਾਂ।
ਜੇ ਲੋਕ ਸਾਨੂੰ ਕਹਿੰਦੇ ਆ ਤੁਸੀਂ ਚੰਗੇ ਹੋ, ਅਸੀਂ ਬਹੁਤ ਚੰਗਾ ਫੀਲ ਕਰਦੇ ਹਾਂ। ਲੋਕ ਸਾਨੂੰ ਕਹਿੰਦੇ ਆ ਇਹ ਬਹੁਤ ਬੁਰੇ ਨੇ, ਤਾਂ ਅਸੀਂ ਬੁਰਾ ਫੀਲ ਕਰਦੇ ਹਾਂ। ਅਸੀਂ ਲੋਕਾਂ ਦੇ ਅਕੋਰਡਿੰਗ ਆਪਣੀ ਲਾਈਫ ਨੂੰ ਚੱਲਦੇ ਹਾਂ, ਜਦ ਕਿ ਬਾਈਬਲ ਇਦਾਂ ਨਹੀਂ ਕਹਿੰਦੀ। ਬਾਈਬਲ ਕਹਿੰਦੀ ਕਿ ਤੁਸੀਂ ਉਸ ਪ੍ਰਤਿੱਗਿਆ ਨੂੰ, ਉਸ ਪ੍ਰੋਮਿਸ ਨੂੰ ਯਾਦ ਰੱਖੋ, ਪ੍ਰਾਰਥਨਾ ਕਰੋ। ਪਤਰਸ ਨੂੰ ਪਰਮੇਸ਼ਰ ਨੇ ਕੀ ਕਿਹਾ ਜਿਸ ਦਿਨ ਉਹ ਗਤਸਮਨੀ ਬਾਗ ਦੇ ਵਿੱਚ ਸੀ, ਜਦੋਂ ਫੜਵਾਏ ਜਾਣ ਵਾਲਾ ਸੀ? ਉਹਨੇ ਕਿਹਾ ਪ੍ਰਾਰਥਨਾ ਕਰੋ ਤਾਂ ਕਿ ਤੁਸੀਂ ਪ੍ਰੀਖਿਆ 'ਚ ਨਾ ਪਾਓ। ਪਤਰਸ ਨੇ ਉਸ ਟਾਈਮ ਪ੍ਰਾਰਥਨਾ ਨਹੀਂ ਕੀਤੀ। ਅਗਲੇ ਹੀ ਦਿਨ ਪਤਰਸ ਪ੍ਰੀਖਿਆ 'ਚ ਪਿਆ, ਉਹਨੇ 3 ਵਾਰ ਇਨਕਾਰ ਕੀਤਾ ਤੇ ਪ੍ਰਭੂ ਯੀਸ਼ੂ ਮਸੀਹ ਦੇ ਚੇਲੇ ਹੋਣ ਦਾ ਪਦ ਵੀ, ਉਸ ਅਥਾਰਟੀ ਨੂੰ ਵੀ ਉਹਨੇ ਗਵਾ ਦਿੱਤਾ। ਇਸੇ ਲਈ ਜਦੋਂ ਯੀਸ਼ੂ ਮਸੀਹ ਜੀ ਉੱਠਿਆ, ਉਹਨੇ ਕੀ ਕਿਹਾ ਮਰੀਅਮ ਨੂੰ, ਕੀ ਕਿਹਾ ਉਹਨੇ ਮਾਰਥਾ ਨੂੰ? ਉਹਨੇ ਕਿਹਾ ਜਾਓ ਜਾ ਕੇ ਮੇਰੇ ਚੇਲੇ ਤੇ ਪਤਰਸ ਨੂੰ ਦੱਸੋ ਕਿ ਮੈਂ ਜੀ ਉੱਠਿਆ। ਪਤਰਸ ਨੂੰ ਅਲੱਗ ਕਿਉਂ ਕਿਹਾ? ਕਿਉਂਕਿ ਆਪਣੇ ਚੇਲੇ ਹੋਣ ਦਾ ਅਧਿਕਾਰ ਖੁਦ ਗਵਾ ਚੁੱਕਾ ਸੀ ਆਪਣੇ ਮੂੰਹ ਦੇ ਵਰਡਸ ਤੋਂ। 3 ਵਾਰ ਉਹਨੇ ਨਾ ਕੀਤੀ। ਸੰਸਾਰ ਸਾਨੂੰ ਅਟਰੈਕਟ ਕਰਦਾ ਆਪਣੇ ਵੱਲ, ਆਪਣੇ ਵਰਗੀਆਂ ਗੱਲਾਂ ਕਰਨ ਵੱਲ। ਲੋਕੀ ਅੱਜ ਚੋਰੀ ਕਰਦੇ ਆ ਤਾਂ ਅਸੀਂ ਸੋਚਦੇ ਹਾਂ ਸਾਨੂੰ ਵੀ ਕੋਈ ਫਰਕ ਨਹੀਂ। ਲੋਕੀ ਝੂਠ ਬੋਲਦੇ ਆ, ਸਾਨੂੰ ਵੀ ਕੋਈ ਫਰਕ ਨਹੀਂ। ਜੇ ਲੋਕੀ ਨਸ਼ਾ ਕਰਦੇ ਆ, ਸਾਨੂੰ ਵੀ ਕੋਈ ਫਰਕ ਨਹੀਂ। ਲੋਕੀ ਵਿਭਾਚਾਰ ਕਰਦੇ ਆ, ਅਸੀਂ ਵੀ ਸੇਮ ਹਾਂ। ਨੋ, ਇਸ ਤਰ੍ਹਾਂ ਨਹੀਂ ਹੋ ਸਕਦਾ। ਜੇ ਤੁਸੀਂ ਪਰਮੇਸ਼ਰ ਦੀ ਪ੍ਰਤਿੱਗਿਆ ਨੂੰ ਪੂਰਾ ਹੁੰਦੇ ਹੋਏ ਆਪਣੀ ਲਾਈਫ 'ਚ ਦੇਖਣਾ ਚਾਹੁੰਦੇ ਹੋ, ਤੁਹਾਡੀ ਲਾਈਫ ਵੀ ਫਰਕ ਹੋਣੀ ਚਾਹੀਦੀ ਹੈ। ਬਾਈਬਲ ਕਹਿੰਦੀ ਇੱਕੋ ਸੋਤੇ ਤੋਂ ਮਿੱਠਾ ਤੇ ਖਾਰਾ ਪਾਣੀ ਨਹੀਂ ਨਿਕਲ ਸਕਦਾ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ 'ਚੋਂ ਮਿੱਠਾ ਪਾਣੀ ਨਿਕਲੇ ਤਾਂ ਤੁਹਾਨੂੰ ਮਿੱਠਾ ਭਰਨਾ ਪਏਗਾ, ਨਹੀਂ ਤਾਂ ਜੇ ਖਾਰਾ ਪਾਣੀ ਨਿਕਲੇਗਾ ਤਾਂ ਮਿੱਠੇ ਦੀ ਉਮੀਦ ਕਰ ਸਕਦੇ ਹੋ, ਪਰ ਨਿਕਲੇਗਾ ਕਦੇ ਨਹੀਂ। ਹਾਲੇਲੂਇਆ। ਯੋਹੰਨਾ ਦੀ ਕਿਤਾਬ ਉਹਦਾ 16 ਅਧਿਆਇ ਤੇ ਉਹਦੀ 33 ਆਇਤ ਦੇ ਵਿੱਚ ਲਿਖਿਆ, ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਕਿ ਤੁਸੀਂ ਮੇਰੇ ਵਿੱਚ ਸ਼ਾਂਤੀ ਪਾਓ। ਸੰਸਾਰ ਵਿੱਚ ਤੁਸੀਂ ਦੁੱਖ ਪਾਓਗੇ, ਪਰ ਹੌਸਲਾ ਰੱਖੋ, ਮੈਂ ਸੰਸਾਰ ਨੂੰ ਜਿੱਤ ਲਿਆ। ਕਿਸ ਤਰ੍ਹਾਂ ਜਿੱਤ ਲਿਆ? ਯੀਸ਼ੂ ਮਸੀਹ ਮੁਰਦਿਆਂ 'ਚੋਂ ਜੀ ਉੱਠਿਆ। ਹਰ ਇੱਕ ਦਾ ਜਨਮ ਦਿਨ, ਮਰਨ ਦਿਨ ਅਸੀਂ ਜਾਣਦੇ ਹਾਂ। ਯੀਸ਼ੂ ਮਸੀਹ ਦਾ ਜਨਮ ਦਿਨ, ਮਰਨ ਦਿਨ ਤੇ ਉਸ ਤੋਂ ਬਾਅਦ ਫਿਰ ਤੋਂ ਜੀ ਉੱਠਣ ਦਾ ਦਿਨ ਮਨਾਉਂਦੇ ਹਾਂ। ਉਹਨੇ ਸੰਸਾਰ ਨੂੰ ਜਿੱਤ ਲਿਆ। ਉਹ ਲੋਕਾਂ ਤੋਂ ਫਰਕ ਹੈ, ਬਾਕੀਆਂ ਤੋਂ ਅਲੱਗ ਹੈ। ਕਿਉਂ? ਕਿਉਂਕਿ ਉਹ ਜਿਉਂਦਾ ਪਰਮੇਸ਼ਰ ਹੈ। ਬਾਈਬਲ ਕਹਿੰਦੀ ਉਹ ਜਿਉਂਦੇ ਪਰਮੇਸ਼ਰ ਨੇ ਤੁਹਾਡੇ ਨਾਲ ਤੇ ਮੇਰੇ ਨਾਲ ਪ੍ਰਤਿੱਗਿਆ ਕੀਤੀ, ਪ੍ਰੋਮਿਸ ਕੀਤਾ, ਵਾਚਾ ਬੰਨੀ ਕਿ ਮੈਂ ਤੈਨੂੰ ਕਦੇ ਨਾ ਛੱਡਾਂਗਾ, ਕਦੇ ਨਾ ਤਿਆਗਾਂਗਾ। ਉਹਦੇ ਬਾਵਜੂਦ ਵੀ ਅਸੀਂ ਟਰਬਲ ਦੇ ਵਿੱਚ ਆ। ਕਿਉਂ? ਪਰਮੇਸ਼ਰ ਨਾ ਕਦੇ ਝੂਠ ਬੋਲਦਾ, ਨਾ ਕਦੇ ਉਹ ਪਿੱਛੇ ਹਟਦਾ, ਨਾ ਵਾਅਦਾ ਕਰਕੇ ਮੁੱਕਰਦਾ। ਬਾਈਬਲ ਕਹਿੰਦੀ ਹੈ। ਪਰ ਅੱਜ ਵੀ ਜੇ ਸੇਮ ਸਟਰਗਲ ਸਾਡੀ ਲਾਈਫ ਦੇ ਵਿੱਚ ਹੈ ਤਾਂ ਅਸੀਂ ਇਸ ਚੀਜ਼ ਨੂੰ ਦੇਖਣਾ ਕਿ ਅਸੀਂ ਪ੍ਰਤਿੱਗਿਆ ਦੇ ਵਿੱਚ ਕਿੱਥੇ ਖੁੰਝ ਕੀਤੀ ਹੈ, ਕਿੱਥੇ ਅਸੀਂ ਪਿੱਛੇ ਰਹਿ ਗਏ ਹਾਂ। ਉਹਨਾਂ ਪ੍ਰਤਿੱਗਿਆ ਨੂੰ ਯਾਦ ਕਰੋ। ਯਾਦ ਕਰੋ ਜਦੋਂ ਪਰਮੇਸ਼ਵਰ ਨੇ ਤੁਹਾਨੂੰ ਛੁਡਾਇਆ ਸੀ। ਯਾਦ ਕਰੋ ਜਦੋਂ ਪਰਮੇਸ਼ਵਰ ਨੇ ਤੁਹਾਡੀ ਲਾਈਫ ਦੇ ਵਿੱਚ ਉਹ ਬਲੈਸਡ ਟਾਈਮ ਦਿੱਤਾ, ਤੁਹਾਨੂੰ ਉਹਨਾਂ ਸੜਾਹਟਾਂ ਤੋਂ ਕੱਢਿਆ ਸੀ। ਉਹਨਾਂ ਚੀਜ਼ਾਂ ਨੂੰ ਯਾਦ ਕਰੋ। ਬਾਈਬਲ ਕਹਿੰਦੀ ਤੂੰ ਉੱਠ, ਜਿੱਥੋਂ ਗਿਰਿਆ ਉੱਥੋਂ ਹੀ ਉੱਠ ਤੇ ਪ੍ਰਾਰਥਨਾ ਕਰ। ਦੇਖ ਤੂੰ ਕਿੱਥੋਂ ਗਿਰਿਆ, ਕਿਉਂਕਿ ਜੇ ਤੂੰ ਮਨ ਨਹੀਂ ਫਿਰਾਏਂਗਾ ਤਾਂ ਨਿਆਂ ਦੇ ਦਿਨ ਤੂੰ ਨਾਸ਼ ਹੋ ਜਾਏਂਗਾ। ਅਸੀਂ ਇਹ ਦੇਖਣਾ ਕਿ ਅਸੀਂ ਉਸ ਪ੍ਰਤਿੱਗਿਆ ਤੋਂ ਕਿਸ ਤਰ੍ਹਾਂ ਲੈ ਕੇ ਆਪਣੀ ਲਾਈਫ ਦੇ ਵਿੱਚ ਬਚ ਸਕਦੇ ਹਾਂ, ਕਿਸ ਤਰ੍ਹਾਂ ਉਹਨਾਂ ਪ੍ਰਤਿੱਗਿਆਵਾਂ ਦੇ ਨਾਲ ਛੁੱਟ ਸਕਦੇ ਹਾਂ। ਪਤਰਸ ਜੋ ਕਿ ਆਪਣੇ ਚੇਲੇ ਹੋਣ ਦਾ ਅਧਿਕਾਰ ਵੀ ਗਵਾ ਚੁੱਕਿਆ ਸੀ, ਜਦੋਂ ਉਹਨੂੰ ਯੀਸ਼ੂ ਮਸੀਹ ਦੇ ਵਿੱਚ ਆ ਕੇ ਮਾਫੀ ਮਿਲੀ, ਉਹਨੇ ਆਪਣੀ ਪੱਤਰੀ 'ਚ ਲਿਖਿਆ ਕਿ ਤੁਹਾਡੀ ਸੜਾਹਟ ਦੇ ਵਾਸਤੇ ਪਰਮੇਸ਼ਰ ਨੇ ਤੁਹਾਡੇ ਨਾਲ ਪ੍ਰਤਿੱਗਿਆ ਕੀਤੀ। ਅੱਜ ਤੁਸੀਂ ਫਾਈਨੈਂਸ਼ੀਅਲੀ ਸਟਰਗਲ 'ਚ ਹੋ ਸਕਦੇ ਹੋ, ਫਿਜ਼ੀਕਲੀ ਸਟਰਗਲ 'ਚ ਹੋ ਸਕਦੇ ਹੋ, ਬਿਮਾਰ ਹੋ ਸਕਦੇ ਹੋ, ਫੈਮਿਲੀ 'ਚ ਪ੍ਰੋਬਲਮ ਹੋ ਸਕਦੀ ਹੈ, ਟਰਬਲ ਹੋ ਸਕਦੀ ਹੈ। ਨੋ ਡਾਊਟ ਇਹ ਚੀਜ਼ਾਂ ਹੋ ਸਕਦੀਆਂ ਨੇ, ਪਰ ਉਹਦੇ 'ਚੋਂ ਛੁੱਟਣਾ ਤੁਸੀਂ ਤੇ ਮੈਂ ਆਪ ਪਏਗਾ। ਕਿਸ ਤਰ੍ਹਾਂ? ਪ੍ਰਤਿੱਗਿਆ ਨੂੰ ਯਾਦ ਕਰੋ, ਬਾਈਬਲ ਚੁੱਕੋ, ਵਚਨ ਨੂੰ ਖੋਲੋ, ਪੜ੍ਹੋ ਉਹਨੂੰ। ਕਿੱਥੇ ਲਿਖਿਆ ਕਿ ਫੈਮਿਲੀ ਇੱਕ ਮਨ ਹੋ ਕੇ ਰਹੇਗੀ? ਕਿੱਥੇ ਲਿਖਿਆ ਤੇਰੇ ਕੋੜੇ ਖਾਣ ਨਾਲ ਮੈਂ ਚੰਗਾ ਹੋ ਚੁੱਕਾ? ਕਿੱਥੇ ਲਿਖਿਆ ਕਿ ਤੇਰਾ ਵੰਸ਼ ਪਰਾਕਰਮੀ ਹੋਏਗਾ? ਇਹ ਸਭ ਪ੍ਰਤਿੱਗਿਆਵਾਂ ਨੇ। ਬਾਈਬਲ ਕਹਿੰਦੀ ਮੈਂ ਤੈਨੂੰ ਇੰਨਾ ਦਿਆਂਗਾ, ਤੇਰੇ ਕੋਲ ਰੱਖਣ ਦੀ ਜਗ੍ਹਾ ਨਹੀਂ ਹੋਏਗੀ, ਤੇਰੀ ਥੈਲੀ ਦੇ ਵਿੱਚ ਮੈਂ ਛੇਦ ਨਹੀਂ ਦਿਆਂਗਾ, ਤੂੰ ਬਿਮਾਰੀਆਂ ਤੋਂ ਬਚਿਆ ਰਹੇਗਾ, ਤੂੰ ਅੰਦਰ ਘਰ ਦੇ ਵਿੱਚ ਆਂਦੇ ਹੋਏ ਤੇ ਬਾਹਰ ਖਿੱਚ ਜਾਂਦੇ ਹੋਏ ਤੂੰ ਬਲੈਸਡ ਹੋਏਗਾ। ਕਿੱਥੇ ਲਿਖੀਆਂ ਇਹ ਪ੍ਰਤਿੱਗਿਆਵਾਂ? ਕੀ ਤੁਸੀਂ ਜਾਣਦੇ ਹੋ ਬਾਈਬਲ 'ਚ ਇਹ ਪ੍ਰੋਮਿਸਿਸ ਦਿੱਤੇ ਗਏ ਨੇ ਤੁਹਾਡੇ ਵਾਸਤੇ? ਪ੍ਰਭੂ ਯੀਸ਼ੂ ਮਸੀਹ ਕਹਿੰਦਾ ਤੁਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਹੋ, ਤੇ ਤੁਹਾਡਾ ਪਿਤਾ ਜੋ ਕਿ ਸਵਰਗ ਦੇ ਵਿੱਚ ਹੈ, ਮੰਗਣ ਵਾਲੇ ਨੂੰ ਚੰਗੀ ਚੀਜ਼ ਪਵਿੱਤਰ ਆਤਮਾ ਕਿਉਂ ਨਾ ਦੇਗਾ। ਕੀ ਤੁਹਾਨੂੰ ਪਤਾ ਬਾਈਬਲ ਤੁਹਾਡੇ ਬਾਰੇ ਕਿੰਨਾ ਕੰਸਰਨ ਰੱਖਦੀ ਹੈ? ਅੱਜ ਟਰਬਲ ਇਹ ਹੈ, ਅਸੀਂ ਜਾਣਦੇ ਹੀ ਨਹੀਂ ਕਿ ਸਾਡੀਆਂ ਸੜਾਹਟਾਂ ਤੋਂ ਛੁੱਟਣ ਵਾਸਤੇ ਪਰਮੇਸ਼ਰ ਨੇ ਸਾਡੇ ਨਾਲ ਪ੍ਰਤਿੱਗਿਆ ਕੀਤੀ ਹੈ। ਤੁਸੀਂ ਇੱਕ ਵਿਸ਼ਵਾਸੀ ਹੋ ਸਕਦੇ ਹੋ, ਤੁਸੀਂ ਫਾਲੋਅਰ ਹੋ ਸਕਦੇ ਹੋ, ਪਰ ਅੱਜ ਵੀ ਤੁਸੀਂ ਸਟਰਗਲ 'ਚੋਂ। ਯਾਦ ਰੱਖੋ, ਕੋਈ ਚਰਚ, ਕੋਈ ਪਾਸਟਰ, ਕੋਈ ਬਿਸ਼ਪ ਤੁਹਾਨੂੰ ਸੜਾਹਟ ਤੋਂ ਨਹੀਂ ਛੁਡਾ ਸਕਦਾ। ਪੌਲੁਸ ਕਹਿੰਦਾ ਕੌਣ ਤੁਹਾਡੇ ਵਾਸਤੇ ਕਰੂਸ ਤੇ ਚੜ੍ਹ ਗਿਆ? ਮੈਂ ਤੁਹਾਡੇ ਵਾਸਤੇ ਕਰੂਸ ਤੇ ਚੜ੍ਹਿਆ ਕਿ ਅਪੋਲੋਸ ਤੁਹਾਡੇ ਲਈ ਕਰੂਸ ਤੇ ਚੜ੍ਹਿਆ ਕਿ ਪਤਰਸ ਤੁਹਾਡੇ ਲਈ ਕਰੂਸ ਤੇ ਚੜ੍ਹਿਆ?
ਤੁਹਾਡੇ ਲਈ ਯੀਸ਼ੂ ਮਸੀਹ ਕਰੂਸ ਤੇ ਚੜਿਆ। ਤੁਹਾਨੂੰ ਅਗਰ ਕੋਈ ਪ੍ਰਤਿੱਗਿਆ ਕਰਕੇ ਤੁਹਾਡੀ ਸੜਾਹਟ ਤੋਂ ਛੁਡਾ ਸਕਦਾ ਤਾਂ ਉਹ ਸਿਰਫ ਤੇ ਸਿਰਫ ਇੱਕੋ ਹੀ ਨਾਮ ਹੈ, ਉਹ ਹੈ ਯੀਸ਼ੂ ਮਸੀਹ। ਬਾਈਬਲ ਕਹਿੰਦੀ ਹੈ ਅਸਮਾਨ ਦੇ ਥੱਲੇ ਜ਼ਮੀਨ ਦੇ ਉੱਤੇ ਹੋਰ ਦੂਸਰਾ ਕੋਈ ਨਾਮ ਨਹੀਂ ਦਿੱਤਾ ਗਿਆ। ਯੀਸ਼ੂ ਮਸੀਹ ਕਹਿੰਦਾ ਮੇਰੇ ਕੋਲੇ ਤੇਰੇ ਗੁਨਾਹਾਂ ਨੂੰ ਮਾਫ ਕਰਨ ਦਾ ਅਧਿਕਾਰ ਦਿੱਤਾ ਗਿਆ। ਹੋਰ ਕੋਈ ਇਸ ਗੱਲ ਨੂੰ ਕਲੇਮ ਨਹੀਂ ਕਰਦਾ। ਯੀਸ਼ੂ ਮਸੀਹ ਸਾਡੇ ਪਾਪਾਂ ਨੂੰ ਮਾਫ ਕਰਨ ਦਾ ਅਧਿਕਾਰ ਰੱਖਦਾ। ਉਹ ਤੁਹਾਡੀ ਸੜਾਹਟ ਨੂੰ ਖਤਮ ਕਰਨ ਦਾ ਅਧਿਕਾਰ ਰੱਖਦਾ। ਉਹ ਤੁਹਾਨੂੰ ਨਵਾਂ ਜਨਮ ਦੇਣ ਦਾ ਅਧਿਕਾਰ ਰੱਖਦਾ। ਉਹਨੇ ਕਿਹਾ ਇਸ ਜ਼ਮੀਨ ਦੇ ਉੱਤੇ ਪਾਪਾਂ ਨੂੰ ਮਾਫ ਕਰਨ ਦਾ ਅਧਿਕਾਰ ਮੇਰੇ ਕੋਲ ਹੈ। ਕੀ ਅੱਜ ਤੁਸੀਂ ਆਪਣੀ ਸੜਾਹਟ ਤੋਂ ਛੁੱਟਣਾ ਚਾਹੁੰਦੇ ਹੋ? ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਬਿਮਾਰੀਆਂ ਜਾਣ? ਤੁਸੀਂ ਚਾਹੁੰਦੇ ਹੋ ਮੈਂ ਫਾਈਨੈਂਸ਼ੀਅਲੀ ਸੁਧਰ ਜਾਵਾਂ, ਮੇਰੀ ਫੈਮਿਲੀ ਬਚ ਜਾਏ? ਜੇ ਤੁਸੀਂ ਚਾਹੁੰਦੇ ਹੋ ਤਾਂ ਸਿਰਫ ਚਾਹੁਣ ਦੇ ਨਾਲ ਕੁਝ ਨਹੀਂ ਹੋਏਗਾ। ਤੁਹਾਨੂੰ ਵਚਨ ਪੜ੍ਹਨਾ ਪਏਗਾ, ਕਲਾਮ ਦੇ ਵਿੱਚੋਂ ਉਹਨਾਂ ਆਇਤਾਂ ਨੂੰ ਲੱਭਣਾ ਪਏਗਾ ਕਿੱਥੇ ਲਿਖਿਆ ਮੇਰੀ ਸੜਾਹਟ ਤੋਂ ਛੁੱਟਣ ਵਾਲੀ ਪ੍ਰਤਿੱਗਿਆ ਦੇ ਬਾਰੇ। ਜਦੋਂ ਤੁਸੀਂ ਇਹਨਾਂ ਨੂੰ ਲੱਭ ਲਓਗੇ, ਇਹਨਾਂ ਨੂੰ ਪੜ੍ਹੋਗੇ, ਇਹਨਾਂ ਤੇ ਮੈਡੀਟੇਟ ਕਰੋਗੇ, ਪਰਮੇਸ਼ਰ ਤੁਹਾਨੂੰ ਸੇਮ ਨਹੀਂ ਰਹਿਣ ਦੇਣਗੇ, ਕਿਉਂਕਿ ਇਹ ਉਹਨਾਂ ਦਾ ਜੀਵਿਤ ਕਲਾਮ ਹੈ। ਬਾਈਬਲ ਕਹਿੰਦੀ ਆਪਣਾ ਮੁਕੱਦਮਾ ਮੇਰੇ ਸਾਹਮਣੇ ਰੱਖ, ਮੈਨੂੰ ਦੱਸ। ਜੇ ਅਸੀਂ ਕੋਰਟ ਦੇ ਵਿੱਚ ਜੱਜ ਕੋਲੇ ਜਾ ਕੇ ਅਸੀਂ ਕਹੀਏ ਕਿ ਮੇਰੇ ਤੇ ਦਇਆ ਕਰ ਕਿਉਂਕਿ ਮੈਂ ਬਹੁਤ ਟਰਬਲ 'ਚ ਹਾਂ, ਉਹ ਸਾਨੂੰ ਕਦੇ ਨਹੀਂ ਛੱਡੇਗਾ। ਪਰ ਜੇ ਅਸੀਂ ਆਪਣੇ ਸੰਵਿਧਾਨ ਨੂੰ ਲੈ ਕੇ ਉਹਦੇ ਅੱਗੇ ਜਾਵਾਂਗੇ, ਉਹਨਾਂ ਰੂਲਸ ਨੂੰ ਲੈ ਕੇ ਜਾਵਾਂਗੇ ਤੇ ਉਹਨੂੰ ਦੱਸਾਂਗੇ ਕਿ ਇਹ ਤੇਰਾ ਸੰਵਿਧਾਨ ਕਹਿੰਦਾ ਤੇ ਇਹਦੇ ਅਕੋਰਡਿੰਗ ਮੈਂ ਬਰੀ ਹੋਣਾ ਚਾਹੀਦਾ, ਉਹ ਤੁਹਾਡਾ ਇਨਕਾਰ ਨਹੀਂ ਕਰ ਸਕਦਾ। ਇਸੇ ਤਰ੍ਹਾਂ ਪਰਮੇਸ਼ਰ ਵੀ ਉਹ ਚਾਹੁੰਦਾ ਤੁਸੀਂ ਛੁੱਟ ਜਾਓ, ਪਰ ਉਹ ਕਹਿੰਦਾ ਕਿੱਥੇ ਲਿਖਿਆ, ਤੇਰੀ ਪ੍ਰਤਿੱਗਿਆ ਕਿੱਥੇ ਹੈ? ਅੱਜ ਤੁਸੀਂ ਤੇ ਮੈਂ ਆਪਣੀ ਟਰਬਲ 'ਚੋਂ ਛੁੱਟਾਂਗੇ ਜੇ ਅਸੀਂ ਆਪਣੀ ਪ੍ਰਤਿੱਗਿਆ ਬਾਰੇ ਜਾਣਦੇ ਹਾਂ। ਆਪਣਾ ਵਚਨ, ਆਪਣਾ ਕਲਾਮ ਜੋ ਪਰਮੇਸ਼ਰ ਨੇ ਤੁਹਾਨੂੰ ਦਿੱਤਾ, ਆਪਣੀ ਬਾਈਬਲ, ਇਹਨੂੰ ਖੋਲ੍ਹੋ, ਇਹਨੂੰ ਪੜ੍ਹੋ ਤੇ ਆਪਣੀ ਵਾਚਾ ਉਸ ਸੰਕਲਪ ਨੂੰ ਲੱਭੋ। ਤੇ ਜੇ ਤੁਸੀਂ ਉਹਨੂੰ ਲੱਭਣ 'ਚ ਅਸਮਰਥ ਹੋ, ਤੁਸੀਂ ਸਾਡੇ ਨੰਬਰਾਂ ਦੇ ਉੱਤੇ ਜੋ ਸਕਰੀਨ ਦੇ ਥੱਲੇ ਦਿੱਤੇ ਗਏ ਨੇ ਕਾਲ ਕਰੋ ਤੇ ਅਸੀਂ ਤੁਹਾਨੂੰ ਦੱਸਾਂਗੇ ਬਾਈਬਲ ਦੇ ਵਿੱਚ ਕਿੱਥੇ ਉਹ ਆਇਤਾਂ ਲਿਖੀਆਂ ਨੇ। ਇਹਨਾਂ ਨੂੰ ਪੜ੍ਹ ਕੇ ਤੁਸੀਂ ਆਪਣੀ ਸੜਾਹਟ ਤੋਂ ਇਹਨਾਂ ਪ੍ਰਤਿੱਗਿਆਵਾਂ ਦੇ ਦੁਆਰਾ ਛੁੱਟ ਸਕਦੇ ਹੋ। ਮੇਰਾ ਵਿਸ਼ਵਾਸ ਹੈ ਵਚਨ ਤੁਹਾਡੀ ਜ਼ਿੰਦਗੀ 'ਚ ਕੰਮ ਕਰਨਗੇ। ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਆਪਣੇ ਸਿਰਾਂ ਨੂੰ ਝੁਕਾਵਾਂਗੇ, ਅਸੀਂ ਪ੍ਰਾਰਥਨਾ ਜਾਵਾਂਗੇ। ਸਰਵ ਸ਼ਕਤੀਮਾਨ ਪਰਮੇਸ਼ਵਰ ਯੀਸ਼ੂ ਮਸੀਹ ਨਾਸਰੀ, ਮੈਂ ਤੁਹਾਡਾ ਧੰਨਵਾਦ ਕਰਦਾ ਇਸ ਵਕਤ ਦੇਖਣ ਵਾਲੇ ਆਪਣੇ ਹਰ ਇੱਕ ਭੈਣ ਭਰਾ, ਬੱਚੇ, ਬਜ਼ੁਰਗ ਦੇ ਲਈ। ਖੁਦਾਵੰਦ ਇਸ ਵਕਤ ਜੋ ਵੀ ਬਿਮਾਰ ਕਮਜ਼ੋਰ ਮੈਨੂੰ ਦੇਖ ਰਿਹਾ, ਖੁਦਾਵੰਦ ਯੀਸ਼ੂ ਮਸੀਹ ਦੇ ਨਾਮ 'ਚੋਂ ਬਿਮਾਰੀਆਂ ਤੋਂ ਛੁੱਟੇ। ਖੁਦਾਵੰਦ ਕਿਸੇ ਦੀ ਵੀ ਜੋ ਵੀ ਸਟਰਗਲ ਹੈ, ਸੜਾਹਟ ਹੈ, ਉਹ 'ਚੋਂ ਛੁੱਟ ਜਾਏ ਤੇ ਤੇਰੇ ਨਾਮ ਦੇ ਵਿੱਚ ਬਲੈਸ ਹੋਏ। ਪਿਤਾ ਪਰਮੇਸ਼ਰ, ਮੈਂ ਪ੍ਰਾਰਥਨਾ ਕਰਦਾ ਤੇਰੇ ਲੋਕ ਚੰਗਿਆਈ ਨੂੰ, ਤੇਰੇ ਲੋਕ ਹੀਲਿੰਗ ਨੂੰ, ਤੇਰੇ ਲੋਕ ਪ੍ਰੋਸਪੈਰਿਟੀ ਨੂੰ, ਪ੍ਰੋਟੈਕਸ਼ਨ ਨੂੰ ਖੁਦਾਵੰਦ ਰਿਸੀਵ ਕਰਨ ਤੇ ਆਪਣੀ ਸੜਾਹਟ ਤੋਂ ਛੁੱਟ ਜਾਣ। ਯੀਸ਼ੂ ਮਸੀਹ ਦੇ ਸਾਮਰਥੀ ਨਾਮ 'ਚ ਅਸੀਂ ਮੰਗਦੇ ਹਾਂ, ਆਮੀਨ, ਆਮੀਨ, ਹਾਲੇਲੂਇਆ। ਸੋ ਤੁਸੀਂ ਸਾਰੇ ਬਲੈਸਡ ਹੋ। ਜੇ ਤੁਸੀਂ ਚਾਹੁੰਦੇ ਹੋ ਕੋਈ ਵੀ ਵਿਸ਼ੇ ਤੇ ਪ੍ਰੇਅਰ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੁਹਾਡਾ ਕੋਈ ਕੁਐਸਚਨ ਹੈ, ਡਾਊਟ ਹੈ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਤੁਸੀਂ ਜਾਣਦੇ ਹੋ, ਸਕਰੀਨ ਦੇ ਥੱਲੇ ਦਿੱਤੇ ਗਏ 7788922250 6044540101। ਤੇ ਇਹਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੇ ਤੁਸੀਂ ਇਤਵਾਰ ਦੇ ਦਿਨ ਸਾਡੇ ਨਾਲ ਭਵਨ ਦੇ ਵਿੱਚ ਆ ਕੇ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਦੇਣਾ ਚਾਹੁੰਦੇ ਆ ਤਾਂ ਹਰ ਸੰਡੇ ਦੁਪਹਿਰੇ 1 ਵਜੇ 660 ਈਸਟ 51st ਐਵਨਿਊ ਵੈਂਕੂਵਰ BC ਦੇ ਵਿੱਚ ਅਸੀਂ ਪਰਮੇਸ਼ਵਰ ਦੇ ਭਵਨ ਦੇ ਵਿੱਚ ਮਿਲਦੇ ਹਾਂ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਸ 24 ਜੁਲਾਈ ਨੂੰ 8ਵੀਂ ਵਰਸ਼ਗੰਢ ਅਸੀਂ ਆਪਣੀ 8ਵੀਂ ਐਨੀਵਰਸਰੀ ਚਰਚ ਦੀ ਸੈਲੀਬ੍ਰੇਟ ਕਰਨ ਜਾ ਰਹੇ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦਾ, ਤੁਸੀਂ ਸਾਰੇ ਪਰਮੇਸ਼ਵਰ ਦੇ ਭਵਨ ਦੇ ਵਿੱਚ ਆ ਸਕਦੇ ਹੋ। ਏਸ਼ੀਅਨ ਚਰਚ ਆਫ ਕ੍ਰਾਈਸਟ ਵੈਂਕੂਵਰ BC ਦੀ 8th ਐਨੀਵਰਸਰੀ ਅਸੀਂ ਮਿਲ ਕੇ ਸੈਲੀਬ੍ਰੇਟ ਕਰਾਂਗੇ ਤੇ ਪਰਮੇਸ਼ਵਰ ਤੁਹਾਨੂੰ ਬਲੈਸ ਕਰਨ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਅਸੀਂ ਫਿਰ ਮਿਲਾਂਗੇ ਅਗਲੇ ਹਫਤੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ। ਤਦ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਪ੍ਰੇਜ਼ ਦਾ ਲਾਰਡ, ਜੈ ਮਸੀਹ ਦੀ। ਗॉड ਬਲੈਸ ਯੂ ਆਲ। ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਯੀਸ਼ੂ ਕੋਲ ਆਵੇਂ ਤੇ ਚੰਗਾ